हाँ जी, सत श्री अकाल भी सारिਆਂ ਨੂੰ। स्वागत आ उड़ान इंस्टीट्यूट बठिंडा ਦੇ ਵਿੱਚ। ਤੇ ਅੱਜ ਅਸੀਂ ਜੋ ਲੈਕਚਰ ਇੱਥੇ ਜੋ ਸਾਈਕੋਲੋਜੀ ਦਾ ਕਨਸੈਪਟ ਡਿਸਕਸ ਕਰਾਂਗੇ ਉਹ ਕਨਸੈਪਟ ਹੈਗਾ ਕਿ ਇਨਫਲੂਐਂਸ ਆਫ ਹੈਰੀਡਿਟੀ ਐਂਡ এনवायरमेंट ਔਨ ਡਿਵੈਲਪਮੈਂਟ। ਪਿਛਲੇ ਦਿਨਾਂ ਤੋਂ ਅਸੀਂ ਤੁਸੀਂ ਜਾਣਦੇ ਹੋ ਕਿ ਸਾਡੇ ਸਿਲੇਬਸ ਦਾ ਪਹਿਲਾ ਕਨਸੈਪਟ ਆ ਜਿਹੜਾ ਡਿਵੈਲਪਮੈਂਟ, ਗਰੋਥ ਐਂਡ ਡਿਵੈਲਪਮੈਂਟ। ਤਾਂ ਗਰੋਥ ਐਂਡ ਡਿਵੈਲਪਮੈਂਟ ਬਾਰੇ ਆਪਾਂ ਕਾफ़ी ਗੱਲ ਕੀਤੀ ਆ। ਉਸ ਕਨਸੈਪਟ ਦੇ ਵਿੱਚ ਅਸੀਂ ਗੱਲ ਕੀਤੀ ਆ ਕਿ ਗਰੋਥ ਤੇ ਡਿਵੈਲਪਮੈਂਟ ਐਕਚੁਅਲ ਦੇ ਵਿੱਚ ਹੈ ਕੀ, ਭਾਵੇਂ ਕਿ ਇੱਕੋ ਹੀ ਕਨਸੈਪਟ ਆ, ਪਰ ਜਦੋਂ ਅਸੀਂ ਦੋਨਾਂ ਨੂੰ ਅਲੱਗ ਪਾਰਟਸ ਦੇ ਵਿੱਚ, ਟੋਟਿਆਂ ਦੇ ਵਿੱਚ ਤੋੜ ਕੇ ਦੇਖਦੇ ਹਾਂ ਤਾਂ ਗਰੋਥ ਤੇ ਡਿਵੈਲਪਮੈਂਟ ਕੀ ਕਨਸੈਪਟ ਨੇ, ਇਨ ਡਿਵੈਲਪਮੈਂਟ ਦੇ ਪ੍ਰਿੰਸੀਪਲਸ ਕੀ ਨੇ, ਹੈ ਨਾ, ਕਿਹੜੇ ਸਿਧਾਂਤ ਕੰਮ ਕਰਦੇ ਨੇ ਡਿਵੈਲਪਮੈਂਟ ਦੇ ਵਿੱਚ। ਤੇ ਫਿਰ ਅਸੀਂ ਉਸ ਕਨਸੈਪਟ ਦੇ ਲਾਸਟ ਤੇ ਗੱਲ ਕੀਤੀ ਸੀ ਕਿ ਸਟੇਜਸ ਆਫ ਡਿਵੈਲਪਮੈਂਟ, ਕਿ ਇਨਸਾਨ ਦੀ ਲਾਈਫ ਨੂੰ ਕਿੰਨੀਆਂ ਸਟੇਜਸ ਦੇ ਵਿੱਚ ਵੰਡਿਆ ਹੋਇਆ ਤੇ ਹਰ ਸਟੇਜ ਤੇ ਕਿਹੋ ਜਿਹੀਆਂ ਵਿਸ਼ੇਸ਼ਤਾਵਾਂ ਨੇ, ਕਰੈਕਟਰਿਸਟਿਕਸ ਨੇ। ਅੱਜ ਅਸੀਂ ਤੁਹਾਡੇ ਸਿਲੇਬਸ ਦਾ ਦੂਸਰਾ ਕਨਸੈਪਟ ਆ ਜਿਹੜਾ ਉਹ ਹੈ ਜੀ ਇਨਫਲੂਐਂਸ ਆਫ ਹੈਰੀਡਿਟੀ ਐਂਡ এনवायरमेंट ਔਨ ਗਰੋਥ, ਕਿ ਤੁਹਾਡੀ ਹੈਰੀਡਿਟੀ ਤੇ এনवायरमेंट ਦਾ ਗਰੋਥ ਤੇ ਕੀ ਅਸਰ ਹੁੰਦਾ। ਅੱਜ ਅਸੀਂ ਇਹਦੇ ਬਾਰੇ ਗੱਲ ਕਰਾਂਗੇ। ਤਾਂ ਬਹੁਤ ਇੰਪੋਰਟੈਂਟ ਕਨਸੈਪਟ ਹੈ ਇਹ। जिन्ने भी साथी इस लैक्चर नूं देख रहे हैं सारिਆਂ ਦਾ स्वागत, मोस्ट वेलकम, थैंक यू जी आया नूं। हेरिडिटी एंड एनवायरमेंट। वातावरण ते जद, हैरिडिटी का मतलब जद, वातावरण ते जद, ये दो कंसैप्ट्स ने जी, दो जो साडी डिवेलपमेंट ते असर पाउंदे ने। भावें कि असीं जो लास्ट कंसैप्ट कीता सी उहदे च असीं ये गल भी कीती सी कि जिहड़ी हैरिडिटी आ, हैरिडिटी का ज़्यादा प्रभाव आ जिहड़ा वो ग्रोथ ते पैंदा ਤੇ এনवायरमेंट का ज़्यादा प्रभाव डिवेलपमेंट ते पैंदा। पर अज असीं इन्हां दोनों सिंगल एस्पैक्ट्स च देखांगे। तो सब तो पहलां असीं गल करांगे हैरिडिटी दी, एनवायरमेंट बारे आपां अगे गल करदे हां। हैरिडिटी नूं पंजाबी भाषा दे विच जद कहा जांदा। आम शब्द तुसीं सुने होणगे कि जद्दी, जिहड़ा तां हैरिडिटी दा पुरातन कंसैप्ट सीगा। मतलब कि जिवें साइकोलॉजी दा कंसैप्ट भी समय दर समय ਅੱਗੇ ਡਿਵੈਲਪ ਹੁੰਦਾ ਗਿਆ। ਕਿਸੇ ਸਮੇਂ ਇਹਨੂੰ ਆਤਮਾ ਦਾ ਗਿਆਨ ਕਹਿੰਦੇ ਸੀ, ਫਿਰ ਮਨ ਦਾ ਗਿਆਨ ਕਹਿਣ ਲੱਗ ਗਏ, ਫਿਰ ਚੇਤਨ ਮਨ ਦਾ ਗਿਆਨ ਕਹਿਣ ਲੱਗ ਗਏ, ਤੇ ਅਖੀਰ ਸਾਡੇ ਟਾਈਮ ਤੇ ਇਹਨੂੰ ਕੀ ਕਿਹਾ ਜਾ ਰਿਹਾ, ਵਿਵਹਾਰ ਦਾ ਗਿਆਨ। ਉਸੇ ਤਰੀਕੇ ਨਾਲ ਹੈਰੀਡਿਟੀ ਦਾ ਕਨਸੈਪਟ ਵੀ ਐਸੇ ਤਰੀਕੇ ਨਾਲ ਚੱਲਿਆ। ਕਿਸੇ ਸਮੇਂ ਹੈਰੀਡਿਟੀ ਦਾ ਮਤਲਬ ਕੀ ਸੀ ਕਿ ਜਸਟ ਇਨਸਾਨ ਦਾ ਬੱਚਾ ਇਨਸਾਨ ਵਰਗਾ ਹੋਊਗਾ, ਹੈ ਨਾ। ਜੇ ਤੁਸੀਂ ਗੱਲ ਕਰੋਗੇ ਕਿ ਇੱਕ ਹੋਰ ਐਨੀਮਲਸ ਨੇ ਕਿ ਡੌਗ ਆ, है ना, ਉਹਦਾ ਬੱਚਾ ਉਹਦੇ ਵਰਗਾ ਹੋਊਗਾ। ਗਾਂ, ਉਹਨੇ ਜਿਹੜੇ ਬੱਚੇ ਨੂੰ ਜਨਮ ਦੇਣਾ, ਉਹਦੀ ਸੰਤਾਨ ਹੋਊਗੀ ਉਹ ਉਹਦੇ ਵਰਗੀ ਹੋਊਗੀ, ਹੈ ਨਾ। ਅਲੱਗ-ਅਲੱਗ ਐਨੀਮਲਸ ਨੇ ਜੋ ਪਸ਼ੂ ਪੰਛੀ ਨੇ, ਉਹਨਾਂ ਦੇ ਬੱਚੇ ਉਹਨਾਂ ਵਰਗੇ ਨੇ। ਬਸ ਇਹੀ ਹੈਰੀਡਿਟੀ ਆ। ਪੁਰਾਤਨ ਸਮੇਂ ਤੇ ਜਦ ਜਾਂ ਹੈਰੀਡਿਟੀ ਨੂੰ ਸਿਰਫ ਇੰਨਾ ਹੀ ਮੰਨਿਆ ਜਾਂਦਾ। ਪਰ ਜਿਸ ਸਮੇਂ ਤੇ ਅਸੀਂ ਸਾਈਕੋਲੋਜੀ ਦੇ ਵਿੱਚ ਇਸ ਕਨਸੈਪਟ ਨੂੰ ਪੜ੍ਹ ਰਹੇ ਹਾਂ, ਅੱਜ ਦੇ ਸਮੇਂ ਦੇ ਵਿੱਚ ਹੈਰੀਡਿਟੀ ਦਾ ਮਤਲਬ ਕੀ ਆ? हैरिडिटी का मतलब है कि वो गुण औगण जो असीं आपदे मापियां तो लैने आ, ये ज़्यादातर ग्रोथ नाल संबंधित होंदे ने। हैरिडिटी की है कि वो गुण जां ओह स्ट्रक्चर, बॉडी स्ट्रक्चर, वो प्रभाव जो साडे मापियां तो सानू मिलदा गा, ये साडे मापियां तो, दादा दादी, नाना नानी तो मिलदा सानू। तां हैरिडिटी वो चीज़ आ जिस दे विच साडे च वो गुण औगण आउंदे ने साडे मापियां तो जां पिछलियां जनरेशनस तो। ये फिजिकल तौर पर ज़्यादा होंदे ने जी, है ना। समाजिक तौर या मैं होर पॉइंट ऑफ व्यू तो आपां नहीं गल कर सकते, ज़्यादातर ग्रोथ नाल संबंधित होंदे ने।
ਸਿੰਪਲ ਜੀ ਗੱਲ ਆ ਕਿ ਸਾਡਾ ਰੰਗ ਰੂਪ, ਫਿਜ਼ੀਕਲ ਸਟਰਕਚਰ, ਬੋਡੀ ਸਟਰਕਚਰ, ਸਾਡਾ ਕੱਦ ਕਾਠ, ਇਹ ਸਭ ਕੁਝ ਸਾਡੇ ਮਾਪਿਆਂ ਤੇ ਜ਼ਿਆਦਾ ਡਿਪੈਂਡ ਕਰਦਾ ਹੈ। ਇਹਦਾ ਮਤਲਬ ਇਹ ਨਹੀਂ ਕਿ এনवायरमेंट ਤੇ ਡਿਪੈਂਡ ਕਰਦਾ ਹੀ ਨਹੀਂ, ਮੈਂ ਜ਼ਿਆਦਾ ਡਿਪੈਂਡ ਕਰਨ ਦੀ ਗੱਲ ਕਰ ਰਿਹਾ। ਜਿਵੇਂ ਕਿ ਤੁਸੀਂ ਅਕਸਰ ਦੇਖਿਆ ਹੋਊ ਕਿ ਸਾਡੇ ਆਂਢ ਗੁਆਂਢ ਨੇੜੇ ਤੇੜੇ ਦੇ ਵਿੱਚ ਕਿਸੇ ਫੈਮਿਲੀ ਦੀਆਂ ਅੱਖਾਂ ਬਿੱਲੀਆਂ ਨੇ, ਤਾਂ ਸਾਰੀ ਫੈਮਿਲੀ ਦੀਆਂ ਹੀ ਬੱਚਿਆਂ ਦੀਆਂ ਵੀ, ਉਹਨਾਂ ਦੇ ਮਾਪਿਆਂ ਦੀਆਂ ਵੀ ਸੇਮ ਆਈਜ਼ ਕਲਰ ਆ। ਇਹ ਹੈਰੀਡਿਟੀ ਦਾ ਕਨਸੈਪਟ ਕੰਮ ਕਰ ਰਿਹਾ ਇੱਥੇ। ਕਿਸੇ ਫੈਮਿਲੀ ਦੇ ਵਾਲ ਕੰਘਰਾਲੇ ਹੁੰਦੇ ਆ, ਸਾਰੀ ਫੈਮਿਲੀ ਦੇ ਹੀ ਹੁੰਦੇ ਆ, ਇਹ ਹੈਰੀਡਿਟੀ ਦਾ ਕਨਸੈਪਟ ਇੱਥੇ ਕੰਮ ਕਰ ਰਿਹਾ। ਕੋਈ ਫੈਮਿਲੀ ਦੀ ਹਾਈਟ ਬਹੁਤ ਲੰਬੀ ਹੁੰਦੀ ਹੈ, ਸਾਰੀ ਫੈਮਿਲੀ ਦੀ ਹਾਈਟ ਲੰਬੀ ਹੁੰਦੀ ਹੈ, ਸਾਰੇ ਲੰਬੇ ਲੰਬੇ ਹੁੰਦੇ ਆ, ਹੈਰੀਡਿਟੀ ਦਾ ਕਨਸੈਪਟ ਕੰਮ ਕਰ ਰਿਹਾ। ਮਤਲਬ ਕਿ ਮਾਪਿਆਂ ਤੋਂ ਬੱਚਿਆਂ ਦੇ ਵਿੱਚ ਇਹ ਗੁਣ ਆ ਜਿਹੜੇ ਫੀਚਰਸ ਨੇ ਉਹ ਜਾ ਰਹੇ ਨੇ, ਇਸੇ ਨੂੰ ਹੀ ਅਸੀਂ ਹੈਰੀਡਿਟੀ ਕਹਿੰਦੇ ਆ। ਇਹ ਤਾਂ ਬੜਾ ਸੌਖਾ ਜਿਹਾ ਕਨਸੈਪਟ ਆ। ਤਾਂ ਅਸੀਂ ਸਿੱਧੀ ਜੀ ਗੱਲ ਆ ਕਿ ਡਿਵੈਲਪਮੈਂਟ ਆ, ਜਿਹੜੀ ਡਿਵੈਲਪਮੈਂਟ ਗਰੋਥ ਦੇ ਬੇਸ ਤੇ ਹੀ ਹੁੰਦੀ ਆ। ਆਪਾਂ ਪਿਛਲੇ ਕਨਸੈਪਟ 'ਚ ਗੱਲ ਕੀਤੀ ਸੀ ਕਿ ਜੇ ਗਰੋਥ ਡਿਵੈਲਪਮੈਂਟ ਨੂੰ ਪ੍ਰਭਾਵਿਤ ਕਰਦੀ ਆ, ਹਨਾ, ਜੇ ਸਾਡੇ ਹੱਥ ਅੱਛੇ ਤਰੀਕੇ ਨਾਲ ਡਿਵੈਲਪ ਹੋਣਗੇ, ਸਹੀ ਕੰਮ ਕਰਨਗੇ, ਫਿਰ ਹੀ ਅਸੀਂ ਇਹਦੇ ਨਾਲ ਵੱਖ-ਵੱਖ ਫੰਕਸ਼ਨਿੰਗ ਜਾਂ ਐਕਟੀਵਿਟੀਜ਼ ਕਰ ਸਕਦੇ ਹਾਂ। ਤਾਂ ਜਦੋਂ ਹੱਥਾਂ ਦਾ ਸਾਈਜ਼, ਸਾਡੇ ਬੋਡੀ ਸਟਰਕਚਰ ਦਾ ਸਾਈਜ਼, ਸਾਡਾ ਬੋਡੀ ਸਟਰਕਚਰ, ਇਹਦੀ ਸ਼ੇਪ ਜਦੋਂ ਪੂਰੇ ਤਰੀਕੇ ਨਾਲ ਹੈਰੀਡਿਟੀ ਤੇ ਡਿਪੈਂਡ ਕਰਦੀ ਆ, ਹਨਾ, ਤਾਂ ਫਿਰ ਤੁਸੀਂ ਅੱਗੇ ਗੱਲ ਕਰਾਂਗੇ ਜੇ ਆਪਾਂ, ਤਾਂ ਡਿਵੈਲਪਮੈਂਟ ਵੀ ਹੈਰੀਡਿਟੀ ਪ੍ਰਭਾਵਿਤ ਕਰਦੀ ਆ, ਹਨਾ। এনवायरमेंट ਅਗਲੀ ਚੀਜ਼ ਆ। এনवायरमेंट ਤੁਹਾਨੂੰ ਫੰਕਸ਼ਨਿੰਗ ਤਾਂ ਹੀ ਦੇਊਗਾ ਜੇ ਤੁਸੀਂ ਅੱਛੇ ਤਰੀਕੇ ਨਾਲ ਗਰੋਥ ਲੈ ਚੁੱਕੇ ਹੋ, ਜੇ ਤੁਸੀਂ ਹੈਰੀਡਿਟੀਕਲੀ, ਫਿਜ਼ੀਕਲੀ ਪੂਰੇ ਫਿੱਟ ਬੱਚੇ ਦਾ ਜਨਮ ਹੋਇਆ। ਤਾਂ ਇੱਕ ਹੁਣ ਗੱਲ ਤਾਂ ਅਸੀਂ ਹੁਣ ਤੱਕ ਦੀ ਜਾਣ ਪਛਾਣ ਦੇ ਵਿੱਚ ਇਹ ਚੀਜ਼ ਸਮਝ ਚੁੱਕੇ ਹਾਂ ਕਿ ਜਿਹੜੀ ਹੈਰੀਡਿਟੀ ਆ, ਹੈਰੀਡਿਟੀ ਮਾਪਿਆਂ ਤੋਂ ਬੱਚਿਆਂ ਦੇ ਵਿੱਚ ਜਾਣ ਵਾਲੇ ਗੁਣ ਔਗਣ, ਹਨਾ, ਇਹ ਪਾਸ ਕਿਵੇਂ ਹੁੰਦੇ ਨੇ, ਕਿਵੇਂ ਮਾਪਿਆਂ ਵਾਲਾ ਸਟਰਕਚਰ, ਬੋਡੀ ਸਟਰਕਚਰ, ਤੁਸੀਂ ਕਹਿ ਸਕਦੇ ਹੋ ਚਿਹਰੇ ਦੇ ਮੁਹਾਂਦਰੇ, ਹਨਾ, ਸਰੀਰਕ ਲੱਛਣ ਬੱਚਿਆਂ ਦੇ ਵਿੱਚ ਚਲੇ ਜਾਂਦੇ ਨੇ। ਇਹ ਪ੍ਰੋਸੈਸ ਕਿਵੇਂ ਆ, ਤਾਂ ਅਸੀਂ ਆਪਦੇ ਕਨਸੈਪਟ ਦੀ ਸ਼ੁਰੂਆਤ ਇੱਥੋਂ ਹੀ ਕਰਾਂਗੇ। ਦੇਖੋ ਜੀ, ਜਦੋਂ ਮਦਰ ਤੇ ਫਾਦਰ, ਇੱਕ ਕਨਸੈਪਟ ਆਉਂਦਾ ਹੈ ਕ੍ਰੋਮੋਜ਼ੋਮਸ ਦਾ। ਕ੍ਰੋਮੋਜ਼ੋਮਸ, ਇੱਕ ਕ੍ਰੋਮੋਜ਼ੋਮ ਦੇ ਵਿੱਚ, ਇਹਨੂੰ ਗੁਣ ਸੂਤਰ ਬੋਲਦੇ ਹਾਂ ਅਸੀਂ ਪੰਜਾਬੀ ਦੇ ਵਿੱਚ, ਇੱਕ ਕ੍ਰੋਮੋਜ਼ੋਮ ਦੇ ਵਿੱਚ 1000 ਜੀਨਸ ਹੁੰਦੇ ਆ ਜੀ। ਜੀਨਸ ਬਾਰੇ ਤਾਂ ਤੁਸੀਂ ਸਾਰੇ ਹੀ ਜਾਣਦੇ ਹੋਵੋਗੇ। ਆਪਾਂ ਅਕਸਰ ਭਾਸ਼ਾ 'ਚ ਗੱਲ ਕਰਦੇ ਹਾਂ ਕਿ ਜੇ ਕੋਈ ਗੁੱਸੇ 'ਚ ਜ਼ਿਆਦਾ ਬੋਲ ਰਿਹਾ, ਕੋਈ ਆਪਾਂ ਕਹਿੰਦੇ ਨੇ ਨਹੀਂ ਇਹਨਾਂ ਤਾਂ ਜੀਨਸ 'ਚ ਹੀ ਹੈ ਇਹ ਚੀਜ਼, ਹਨਾ। ਵੈਸੇ ਤਾਂ ਇੱਕ ਕ੍ਰੋਮੋਜ਼ੋਮਸ ਦੇ ਵਿੱਚ ਕਿੰਨੇ ਜੀਨਸ ਹੁੰਦੇ ਨੇ, ਮੈਡੀਕਲੀ ਇਹਨੂੰ ਵੱਖ-ਵੱਖ ਵਿਗਿਆਨੀ ਅਲੱਗ-ਅਲੱਗ ਤਰੀਕੇ ਨਾਲ ਦੇਖਦੇ ਨੇ, ਪਰ ਜਿਹੜਾ ਇੱਕ ਰਾਏ ਬਹੁਤੇ ਲੋਕ ਇੱਕ ਚੀਜ਼ ਨਾਲ ਸਹਿਮਤ ਆ, ਉਹ 1000 ਜੀਨਸ ਤੇ ਸਹਿਮਤ ਨੇ। ਇਨਸਾਨ ਦੇ ਵਿੱਚ ਗੁਣ ਸੂਤਰ ਜਿਹੜੇ ਅਸੀਂ ਆਪਦੇ ਮਾਪਿਆਂ ਵਰਗੇ ਆ, ਜਾਂ ਮਾਪਿਆਂ ਦੇ ਗੁਣ ਔਗਣ ਸਾਡੇ 'ਚ ਆਏ ਨੇ, ਉਹ ਬੇਸਿਕਲੀ ਕ੍ਰੋਮੋਜ਼ੋਮਸ ਦੇ ਥਰੂ ਹੀ ਆਏ ਨੇ। ਹਰ ਇਨਸਾਨ ਦੇ ਵਿੱਚ 46 ਕ੍ਰੋਮੋਜ਼ੋਮਸ ਨੇ ਜੀ, 46 ਕ੍ਰੋਮੋਜ਼ੋਮਸ ਨੇ। ਇਹ ਜੋੜਿਆਂ ਦੇ ਵਿੱਚ ਨੇ ਤਾਂ 23 ਪੇਅਰ ਬਣ ਜਾਂਦੇ ਨੇ, 23 ਪੇਅਰ, ਠੀਕ ਹੈ ਜੀ। ਇਹ ਜੋੜਿਆਂ ਦੇ ਵਿੱਚ ਨੇ, ਹਰ ਇਨਸਾਨ ਦੇ ਵਿੱਚ, ਚਾਹੇ ਉਹ ਔਰਤ ਆ ਮਰਦ ਆ, ਉਹਦੇ ਵਿੱਚ 46 ਕ੍ਰੋਮੋਜ਼ੋਮਸ ਨੇ। ਇਹਨੂੰ ਅਸੀਂ ਪੇਅਰਸ ਦੇ ਵਿੱਚ ਦੇਖਦੇ ਹਾਂ ਤਾਂ ਇਹ 23 ਪੇਅਰ ਬਣ ਜਾਂਦੇ ਨੇ। ਮਦਰ ਦੇ ਵਿੱਚ ਜਿਹੜੀ ਕੈਟਾਗਰੀ ਆ ਕ੍ਰੋਮੋਜ਼ੋਮਸ ਦੀ, ਉਹ XX ਆ, ਜਾਂ ਤੁਸੀਂ ਸਿੰਪਲ ਭਾਸ਼ਾ ਦੇ ਵਿੱਚ ਕਹਿ ਸਕਦੇ ਹੋ ਕਿ ਔਰਤਾਂ ਦੇ ਵਿੱਚ ਜਿਹੜੇ ਕ੍ਰੋਮੋਜ਼ੋਮਸ ਨੇ ਨਾ, ਜੋੜਿਆਂ ਦੇ ਵਿੱਚ ਅਸੀਂ ਉਹਨਾਂ ਨੂੰ ਦੇਖਦੇ ਹਾਂ, ਉਹ ਦੋਨੋਂ ਕ੍ਰੋਮੋਜ਼ੋਮਸ, ਕਿਉਂਕਿ ਜੋੜੇ 2 ਕ੍ਰੋਮੋਜ਼ੋਮਸ ਤੋਂ ਬਣਦਾ ਇੱਕ ਜੋੜਾ, ਦੋਨੋਂ ਕ੍ਰੋਮੋਜ਼ੋਮਸ XX ਕੈਟਾਗਰੀ ਦੇ ਨੇ। ਫਾਦਰ ਦੀ ਗੱਲ ਕਰਕੇ ਇਹ XY ਕੈਟਾਗਰੀ, ਮਤਲਬ ਕਿ ਮੇਲਸ ਦੇ ਵਿੱਚ, ਮਰਦਾਂ ਦੇ ਵਿੱਚ ਜਿਹੜੇ ਕ੍ਰੋਮੋਜ਼ੋਮਸ ਨੇ ਜੋੜਿਆਂ ਦੇ ਰੂਪ 'ਚ, ਉਹਨਾਂ 'ਚ ਇੱਕ X ਆ ਤੇ ਇੱਕ Y ਆ। ਤਾਂ 46 ਕ੍ਰੋਮੋਜ਼ੋਮਸ ਨਾਲ ਇੱਕ ਇਨਸਾਨ ਦੀ ਜ਼ਿੰਦਗੀ ਬਣਦੀ ਹੈ, ਜਾਂ 23 ਜੋੜਿਆਂ ਨਾਲ ਇਨਸਾਨ ਦੀ ਜ਼ਿੰਦਗੀ ਬਣਦੀ ਹੈ। ਤਾਂ ਜਦੋਂ ਇੱਕ ਕ੍ਰੋਮੋਜ਼ੋਮਸ ਦੇ ਵਿੱਚ 1000 ਜੀਨਸ ਆ, ਤਾਂ ਟੋਟਲ ਆਪਣੇ 'ਚ ਇੱਕ ਇਨਸਾਨ 'ਚ ਕਿੰਨੇ ਜੀਨਸ ਨੇ? 46,000, 40,000 ਜੀਨਸ ਨਾਲ ਅਸੀਂ ਜੋ ਸਾਡਾ ਸਟਰਕਚਰ ਆ, ਜੋ ਸਾਡੇ ਵਿੱਚ ਨੇ, ਹਨਾ, ਜੋ ਸਾਡੇ ਮਾਪਿਆਂ ਨੇ ਸਾਨੂੰ ਦਿੱਤੇ, ਮਾਂ ਤੇ ਬਾਪ ਤੋਂ ਸਾਡੇ ਤੱਕ ਪਹੁੰਚ, ਠੀਕ ਹੈ ਜੀ। ਤਾਂ ਲੇਡੀਜ਼ ਦੇ ਵਿੱਚ XX ਕੈਟਾਗਰੀ ਦੇ ਕ੍ਰੋਮੋਜ਼ੋਮਸ ਨੇ ਤੇ ਮਰਦਾਂ ਦੇ ਵਿੱਚ XY ਕੈਟਾਗਰੀ ਦੇ। ਜਦੋਂ ਫਾਦਰ ਤੇ ਮਦਰ ਰਿਲੇਸ਼ਨ ਕ੍ਰੀਏਟ ਕਰਦੇ ਨੇ ਤਾਂ ਜ਼ਾਇਗੋਟ ਨੂੰ, ਕਿਉਂਕਿ ਆਪਾਂ ਮੈਡੀਕਲੀ ਤਾਂ ਪੜ੍ਹਨਾ ਨਹੀਂ, ਆਪਾਂ ਤਾਂ ਸਾਈਕੋਲੋਜੀ ਦੇ ਪੁਆਇੰਟ ਆਫ ਵਿਊ ਤੋਂ ਪੜ੍ਹਨਾ, ਤਾਂ ਜ਼ਾਇਗੋਟ ਨੂੰ ਤੁਸੀਂ
ਮਾਂ ਦੀ ਕੁੱਖ ਕਹਿ ਸਕਦੇ ਹਾਂ, ਜਿੱਥੇ ਬੱਚੇ ਨੇ ਜਨਮ ਲੈਣਾ, ਜਿੱਥੇ ਐਗ ਸਟੈਬਲਿਸ਼ ਹੁੰਦਾ ਤੇ ਉੱਥੋਂ ਬੱਚੇ ਦੀ ਲਾਈਫ ਸ਼ੁਰੂ ਹੁੰਦੀ ਹੈ। ਠੀਕ ਹੈ ਜੀ। ਹੁਣ ਜਦੋਂ ਰਿਲੇਸ਼ਨ ਕ੍ਰੀਏਟ ਹੁੰਦਾ ਫਾਦਰ ਤੇ ਮਦਰ ਦਾ, ਮਦਰ ਵੱਲੋਂ ਤਾਂ ਐਕਸ ਹੀ ਆਉਣਾ, ਕਿਉਂਕਿ ਮਦਰ 'ਚ ਕ੍ਰੋਮੋਸੋਮ ਹੈ ਹੀ ਐਕਸ। ਠੀਕ ਹੈ ਜੀ। ਤਾਂ ਮਦਰ ਵੱਲੋਂ ਤਾਂ ਐਕਸ ਹੀ ਆਵੇਗਾ, ਕਿਉਂਕਿ ਔਰਤਾਂ 'ਚ ਤਾਂ ਹੈ ਹੀ ਐਕਸ। ਜੇ ਫਾਦਰ ਵੱਲੋਂ ਐਕਸ ਆਉਂਦਾ, ਕਿਉਂਕਿ ਵੇਰੀਏਸ਼ਨ ਕਿਹਦੇ 'ਚ ਆ, ਮਰਦਾਂ 'ਚ ਆ। ਜੇ ਫਾਦਰ ਵੱਲੋਂ ਐਕਸ ਕ੍ਰੋਮੋਸੋਮ ਆਉਂਦਾ ਤਾਂ ਇਹ ਗਰਲ ਪੈਦਾ ਹੋਊਗੀ, ਬੇਬੀ ਗਰਲ। ਜੇ ਫਾਦਰ ਵੱਲੋਂ ਵਾਈ ਆਉਂਦਾ ਤਾਂ ਬੇਬੀ ਬॉय ਪੈਦਾ ਹੋਊਗਾ। ਠੀਕ ਹੈ ਜੀ। ਮਤਲਬ ਕਿ ਲੜਕਾ ਜਾਂ ਲੜਕੀ ਹੋਣਾ ਮਰਦ ਤੇ ਜਾਂ ਫਾਦਰ ਤੇ ਡਿਪੈਂਡ ਕਰਦਾ ਗਾ। ਠੀਕ ਹੈ ਜੀ। ਹੁਣ 23 ਪੇਅਰ 23 ਪੇਅਰ, ਇਧਰੋਂ 23 ਕ੍ਰੋਮੋਸੋਮਸ ਤੁਸੀਂ ਸਿੰਪਲ ਕਹਿ ਸਕਦੇ ਹੋ, ਜੋੜਿਆਂ 'ਚ ਨਹੀਂ ਗੱਲ ਕਰ ਰਿਹਾ ਮੈਂ ਇੱਥੇ। ਹੁਣ ਮਦਰ ਵੱਲੋਂ ਆਏ ਨੇ 23 ਕ੍ਰੋਮੋਸੋਮਸ ਨੇ ਜਿਹੜੇ ਉਹ ਫਾਦਰ ਵੱਲੋਂ ਆਏ ਨੇ, ਤਾਂ ਟੋਟਲ 46 ਬਣ ਗਏ। 46 ਤੇ ਉਹੀ 23 ਪੇਅਰ ਬਣ ਗਏ, ਹਨਾ। ਤਾਂ ਇਸ ਤਰੀਕੇ ਨਾਲ ਜਿਹੜੇ 46 ਕ੍ਰੋਮੋਸੋਮਸ ਨੇ 23 ਦੋਨੋਂ ਸਾਈਡ ਤੋਂ ਆਏ ਨੇ, ਇਹੀ ਕ੍ਰੋਮੋਸੋਮਸ ਨੇ ਜਿਸ ਦੁਆਰਾ ਤੁਹਾਡੇ ਮਾਪਿਆਂ ਦੇ ਗੁਣ, ਔਗਣ, ਸਟਰਕਚਰ, ਬੋਡੀ ਸਟਰਕਚਰ, ਫੀਚਰਸ ਸਾਰੇ ਸਾਡੇ ਮਾਪਿਆਂ ਤੋਂ ਸਾਡੇ ਵਿੱਚ ਆਉਂਦੇ ਨੇ। ਇਹਨਾਂ ਕ੍ਰੋਮੋਸੋਮਸ ਥਰੂ ਆਉਂਦੇ ਨੇ। ਇੱਕ ਕ੍ਰੋਮੋਸੋਮਸ ਦੇ ਵਿੱਚ 1000 ਜੀਨਸ ਹੁੰਦੇ ਨੇ। ਇਹਨਾਂ ਜੀਨਸ ਥਰੂ ਸਾਡਾ ਰੰਗ, ਰੂਪ, ਫਿਜ਼ੀਕਲ ਸਟਰਕਚਰ, ਅੱਖਾਂ ਦਾ ਰੰਗ, ਵਾਲਾਂ ਵਗੈਰਾ ਵਗੈਰਾ ਸਾਡੇ ਮਾਪਿਆਂ ਨਾਲ ਸੰਬੰਧਿਤ ਹੁੰਦਾ ਗਾ। ਤਾਂ ਕਰਕੇ ਅਸੀਂ ਆਪਦੇ ਮਾਪਿਆਂ ਵਰਗੇ ਦੇਖਦੇ ਹਾਂ, ਕਿਉਂਕਿ ਅਸੀਂ ਉਹਨਾਂ ਦੇ ਕ੍ਰੋਮੋਸੋਮਸ ਤੋਂ ਬਣਦੇ ਹਾਂ। ਤੇ ਇਸੇ ਨੂੰ ਹੈਰੀਡਿਟੀ ਕਿਹਾ ਜਾਂਦਾ, ਜਦੋਂ ਮਾਪਿਆਂ ਦੇ ਗੁਣ ਔਗਣ ਅਗਲੀ ਜਨਰੇਸ਼ਨ ਦੇ ਵਿੱਚ ਆਉਂਦੇ ਨੇ। ਤੇ ਉਹਦਾ ਪ੍ਰੋਸੈਸ ਇਹ ਵਾਲਾ ਪ੍ਰੋਸੈਸ। ਤਾਂ ਮੈਂ ਜਲਦੀ 'ਚ ਇੱਥੋਂ ਕੁਐਸਚਨ ਕੀ ਆਉਂਦੇ ਨੇ, ਇੱਥੋਂ ਕੁਐਸਚਨਸ ਇਹ ਆਉਂਦੇ ਨੇ ਕਿ ਮਦਰ ਜਾਂ ਫਾਦਰ ਦੇ ਵਿੱਚ, ਔਰਤ ਜਾਂ ਮਰਦ ਦੇ ਵਿੱਚ ਕਿੰਨੇ ਜੋੜੇ ਕ੍ਰੋਮੋਸੋਮਸ ਹੁੰਦੇ ਆ? 23 ਹੁੰਦੇ ਆ ਜੀ। ਠੀਕ ਹੈ ਜੀ। ਜਦੋਂ ਬੱਚੇ ਦਾ ਜਨਮ ਹੋਣਾ, ਔਰਤ ਵੱਲੋਂ ਕਿਹੜਾ ਕ੍ਰੋਮੋਸੋਮ ਆਉਂਦਾ? ਤਾਂ ਐਕਸ ਹੀ ਆਉਂਦਾ, ਕਿਉਂਕਿ ਉਹਨਾਂ 'ਚ ਹੈ ਹੀ ਐਕਸ। ਫਾਦਰ ਵੱਲੋਂ ਐਕਸ ਜਾਂ ਵਾਈ ਆਉਂਦਾ। ਜੇ ਐਕਸ ਆਉਂਦਾ ਤਾਂ ਲੜਕੀ ਪੈਦਾ ਹੁੰਦੀ ਹੈ, ਜੇ ਵਾਈ ਆਉਂਦਾ ਤਾਂ ਲੜਕਾ ਪੈਦਾ ਹੁੰਦਾ ਗਾ। ਠੀਕ ਹੈ ਜੀ। ਇਸ ਪੁਆਇੰਟ ਆਫ ਵਿਊ ਤੋਂ ਜੇ ਅਸੀਂ ਅੱਗੇ ਗੱਲ ਕਰੀਏ ਕਿ ਬੱਚੇ ਦੇ ਜਨਮ ਦੀ ਸ਼ੁਰੂਆਤ ਕਿੱਥੇ ਹੁੰਦੀ ਹੈ? ਜ਼ਾਇਗੋਟ। ਜ਼ਾਇਗੋਟ ਇੱਕ ਮਦਰ ਦੇ ਜਿਹੜਾ ਇੱਕ ਪਾਰਟ ਆ, ਜਿੱਥੇ ਬੱਚਾ, ਮਾਂ ਦੀ ਕੁੱਖ ਕਹਿ ਸਕਦੇ ਹੋ ਤੁਸੀਂ ਸਿੰਪਲ ਭਾਸ਼ਾ 'ਚ ਸਮਝਣ ਲਈ, ਜਿੱਥੇ ਬੱਚੇ ਦੀ ਲਾਈਫ ਸ਼ੁਰੂ ਹੁੰਦੀ ਹੈਗੀ। ਠੀਕ ਹੈ ਜੀ। ਤਾਂ ਇਸ ਫਸਟ ਸਲਾਈਡ ਤੇ ਇੰਨਾ। ਇਹਦੇ 'ਚ ਜੇ ਤੁਸੀਂ ਸਿੰਪਲੀ ਆਪਾਂ ਗੱਲ ਕਰੀਏ, ਸਾਡੇ ਮਨੋਵਿਗਿਆਨੀ ਜਾਂ ਮੈਡੀਕਲ ਸਾਇੰਸ ਕਹਿੰਦੀ ਆ ਕਿ ਇਸ ਹੈਰੀਡਿਟੀ ਦੇ ਵਿੱਚ 50% ਅਸੀਂ ਡਾਇਰੈਕਟਲੀ ਆਪਦੇ ਪੇਰੈਂਟਸ ਤੇ ਉਹਨਾਂ ਵਰਗੇ ਹੁੰਦੇ ਆ, 50% ਅਸੀਂ ਆਪਦੇ ਮਾਪਿਆਂ ਵਰਗੇ ਆ। ਹਾਂਜੀ ਬਈ ਠੀਕ। 50% ਅਸੀਂ ਆਪਦੇ ਮਾਪਿਆਂ ਵਰਗੇ ਆ। ਠੀਕ ਹੈ ਜੀ। ਮਤਲਬ ਕਿ ਸਾਡੇ ਤੇ ਡਾਇਰੈਕਟਲੀ ਪ੍ਰਭਾਵ ਮਾਪਿਆਂ ਦਾ, ਜਿਵੇਂ ਜੀਨਸ ਜਿਹੜੇ ਫਰੈਸ਼ ਹੋਣਗੇ ਉਹਨਾਂ ਦਾ ਬੱਚੇ ਤੇ ਪ੍ਰਭਾਵ ਜ਼ਿਆਦਾ ਹੋਊਗਾ। ਜਿਵੇਂ ਜਿਵੇਂ ਪਿਛਲੀਆਂ ਜਨਰੇਸ਼ਨਸ ਵੱਲ ਨੂੰ ਜਾਈ ਜਾਂਦੇ ਉਹ ਪ੍ਰਭਾਵ ਘਟਦਾ ਜਾਂਦਾ। 25% ਅਸੀਂ ਆਪਦੇ ਗ੍ਰੈਂਡ ਪੇਰੈਂਟਸ ਵਰਗੇ ਆ ਜੀ, ਉਹਨਾਂ ਦਾ ਪ੍ਰਭਾਵ ਆ ਸਾਡੇ ਤੇ। ਸਾਡੇ ਦਾਦਾ ਦਾਦੀ ਤੇ ਨਾਨਾ ਨਾਨੀ, ਨਾਨਾ ਨਾਨੀ ਦਾ ਪ੍ਰਭਾਵ ਅਸੀਂ ਆਪਦੀ ਮਦਰ ਵੱਲੋਂ ਲੈ ਰਹੇ ਹਾਂ ਤੇ ਦਾਦਾ ਦਾਦੀ ਦਾ ਫਾਦਰ ਵੱਲੋਂ ਲੈ ਰਹੇ। 25% ਅਸੀਂ ਆਪਦੇ ਦਾਦਾ ਦਾਦੀ ਜਾਂ ਨਾਨਾ ਨਾਨੀ ਦੇ ਪ੍ਰਭਾਵ 'ਚ ਆਉਣੇ ਆ, ਕਿ ਗ੍ਰੈਂਡ ਪੇਰੈਂਟਸ ਦੇ ਪ੍ਰਭਾਵ 'ਚ ਆਉਣੇ ਆ। 12 ਤੋਂ ਲੈ ਕੇ 13% ਅਸੀਂ ਗ੍ਰੇਟ ਗ੍ਰੈਂਡ ਪੇਰੈਂਟਸ, ਮਤਲਬ ਕਿ ਸਾਡੇ ਪੜਦਾਦਾ ਪੜਦਾਦੀ ਤੇ ਪੜਨਾਨਾ ਪੜਨਾਨੀ, ਉਹਨਾਂ ਦਾ ਪ੍ਰਭਾਵ ਸਾਡੇ ਤੇ ਪੈਂਦਾ। 12 ਤੋਂ 13%। ਤੇ 12-13% ਜੋ ਆਊਟ ਆਫ 100 ਬਾਕੀ ਆ, ਉਹਦੇ 'ਚ ਅਸੀਂ ਗ੍ਰੇਟ ਉਦੋਂ ਵੀ ਪਿਛਲੀਆਂ ਜਨਰੇਸ਼ਨ ਦਾ ਪ੍ਰਭਾਵ ਲੈਂਦੇ। ਤਾਂ ਇਸ ਤਰੀਕੇ ਨਾਲ ਹੈਰੀਡਿਟੀ ਦਾ ਸਾਡੇ ਤੇ ਪ੍ਰਭਾਵ ਪੈਂਦਾ, ਮਤਲਬ ਕਿ ਜੋ ਸਾਡੀਆਂ ਪਿਛਲੀਆਂ ਜਨਰੇਸ਼ਨਸ ਨੇ ਉਹਨਾਂ ਦਾ ਪ੍ਰਭਾਵ ਸਾਡੇ ਤੇ ਪੈਂਦਾ। ਇਸੇ ਨੂੰ ਅਸੀਂ ਹੈਰੀਡਿਟੀ ਕਹਿੰਦੇ ਆ। ਜਦੋਂ ਉਹਨਾਂ ਦਾ ਪ੍ਰਭਾਵ ਸਾਡੇ ਤੇ ਪਊਗਾ, ਸਾਡਾ ਕੱਦ ਕਾਠ, ਰੰਗ ਰੂਪ, ਸਟਰਕਚਰ ਆ ਜਿਹੜਾ ਸਾਡਾ, ਉਹ ਉਹਨਾਂ ਤੋਂ ਪ੍ਰਭਾਵਿਤ ਹੋਊਗਾ। ਜਿਹੇ ਜਿਹਾ ਸਾਡਾ ਸਟਰਕਚਰ ਹੋਊਗਾ ਉਹੋ ਜਿਹਾ ਹੀ ਅਸੀਂ ਡਿਵੈਲਪ ਹੋਊਗਾ। ਤਾਂ ਇਸ ਤਰੀਕੇ ਨਾਲ ਹੈਰੀਡਿਟੀ ਤੁਹਾਨੂੰ ਸਿੱਧੇ ਰੂਪ 'ਚ ਤੁਹਾਡੀ ਡਿਵੈਲਪਮੈਂਟ ਨੂੰ ਪ੍ਰਭਾਵਿਤ ਕਰਦੀ ਹੈ। ਇੱਕ ਦੋ ਚੀਜ਼ਾਂ ਹੋਰ ਨੇ, ਇਹ ਗੱਲਾਂ ਸਾਰੀਆਂ ਕਲੀਅਰ ਨੇ? ਠੀਕ ਹੈ ਜੀ। ਫਸਟ ਸਲਾਈਡ ਹੈ ਜੀ, ਅੱਗੇ ਗੱਲ ਕਰਦੇ ਹਾਂ ਆਪਾਂ। ਇੱਕ ਚੀਜ਼ ਹੋਰ ਨੋਟ ਕਰਦੇ ਹਾਂ ਆਪਾਂ ਇੱਥੇ ਕਿ ਦੇਖੋ ਕਈ ਵਾਰੀ ਕੀ ਹੁੰਦਾ, ਇੱਕ ਚੀਜ਼ ਇੱਥੇ ਸਮਝਣਯੋਗ ਹੈ ਕਿ ਤੁਸੀਂ ਇਹ ਨਹੀਂ ਸਮਝਣਾ ਕਿ ਫਾਦਰ ਤੇ ਮਦਰ ਦਾ ਪ੍ਰਭਾਵ 50-50% ਹੁੰਦਾ ਬੱਚੇ ਤੇ, ਕਿਉਂਕਿ 23 ਪੇਅਰਸ ਹੀ ਇਹ ਨੇ, 23 ਪੇਅਰਸ ਹੀ ਇਹ ਨੇ।
ਪਹਿਲੀ ਗੱਲ ਤਾਂ ਇਹ ਵੀ ਬਹੁਤ ਸਾਰੇ ਕੇਸਿਸ ਦੇ ਵਿੱਚ ਜਾਂ ਕੁਝ ਕੇਸਿਸ ਦੇ ਵਿੱਚ ਹੁੰਦਾ ਕਿ ਜਿਵੇਂ 23 ਪੇਅਰ ਤੋਂ ਇੱਕ ਲਾਈਫ ਬਣਦੀ ਆ, 23 ਕ੍ਰੋਮੋਸੋਮਸ ਇਧਰੋਂ ਆਉਂਦੇ ਨੇ, 23 ਇਧਰੋਂ ਆਉਂਦੇ ਨੇ, ਬਾਈ ਚਾਂਸ ਕਈ ਵਾਰੀ ਕ੍ਰੋਮੋਸੋਮਸ ਦੀ ਗਿਣਤੀ ਘਟ ਜਾਂਦੀ ਆ, 23 ਪੇਅਰ ਪ੍ਰੋਪਰਲੀ ਨਹੀਂ ਪੂਰੇ ਹੋ ਸਕਦੇ, ਤਾਂ ਉਦੋਂ ਬੱਚਾ ਡਿਸੇਬਲ ਪੈਦਾ ਹੋਊਗਾ। ਉਦੋਂ ਬੱਚਾ, ਇਹ ਤੰਦਰੁਸਤ ਬੱਚੇ ਲਈ 23 ਪੇਅਰ ਚਾਹੀਦੇ ਨੇ, 23 ਜੋੜੇ, ਹਨਾ। ਜੇ ਇਹਦੇ 'ਚ ਪ੍ਰੋਬਲਮ ਆਉਂਦੀ ਹੈ, 21ਵੇਂ ਜੋੜੇ 'ਚ ਕੋਈ ਪ੍ਰੋਬਲਮ ਆ ਗਈ, 22ਵੇਂ 'ਚ ਆ ਗਈ, 23ਵੇਂ 'ਚ ਆ ਗਈ, ਫਾਦਰ ਵੱਲੋਂ ਮਦਰ ਵੱਲੋਂ ਪ੍ਰੋਪਰਲੀ ਕ੍ਰੋਮੋਸੋਮਸ ਜੋੜਿਆਂ ਦੇ ਵਿੱਚ ਨਹੀਂ ਪਹੁੰਚ ਸਕੇ, ਪ੍ਰੋਪਰ ਗਿਣਤੀ 'ਚ ਨਹੀਂ ਪਹੁੰਚ ਸਕੇ, ਹੈਲਥੀ ਨਹੀਂ ਪਹੁੰਚ ਸਕੇ, ਤਾਂ ਬੱਚੇ ਤੇ ਇਸ ਚੀਜ਼ ਦਾ ਪ੍ਰਭਾਵ ਪਊਗਾ। ਅੱਗੇ ਗੱਲ, ਇੱਕ ਕਨਸੈਪਟ ਹੈਗਾ ਜੀ ਡੋਮੀਨੈਂਟ ਰੋਲ, ਰਿਸੈਸਿਵ ਰੋਲ। ਡੋਮੀਨੈਂਟ ਰੋਲ ਤੇ ਰਿਸੈਸਿਵ ਰੋਲ, ਇਹ ਇੱਕ ਕਨਸੈਪਟ ਆ। ਡੋਮੀਨੈਂਟ ਰੋਲ ਦਾ ਕੀ ਮਤਲਬ ਆ? ਅਕਸਰ ਆਪਾਂ ਦੇਖਦੇ ਹਾਂ ਕਿ ਕੋਈ ਬੱਚੇ ਆਪਦੇ ਬਾਪ ਤੇ ਜ਼ਿਆਦਾ ਜਾਂਦੇ ਨੇ, ਉਹਨਾਂ ਦਾ ਮਹਾਂਦਰਾ, ਪੂਰਾ ਸਟਰਕਚਰ, ਵਾਕਿੰਗ ਸਟਾਈਲ ਵਗੈਰਾ ਆਪਦੇ ਫਾਦਰ ਵਰਗਾ ਹੁੰਦਾ। ਕੁਝ ਬੱਚਿਆਂ ਦਾ ਆਪਦੀ ਮਦਰ ਵਰਗਾ ਹੁੰਦਾ। ਆਮ ਆਪਾਂ ਸਿੰਪਲ ਭਾਸ਼ਾ 'ਚ ਕਹਿ ਦਿੰਦੇ ਹਾਂ ਕਿ ਇਹ ਬੱਚਾ ਤਾਂ ਆਪਦੇ ਫਾਦਰ ਤੇ ਗਿਆ ਜਾਂ ਆਪਦੀ ਮਦਰ ਤੇ ਗਿਆ। ਬੱਚੇ ਤੇ ਜਿਹਦਾ ਜ਼ਿਆਦਾ ਪ੍ਰਭਾਵ ਆ, ਇਟ ਮੀਨਸ ਉਹਦੇ ਜੀਨਸ ਡੋਮੀਨੈਂਟ ਰੋਲ ਦਿਖਾ ਰਹੇ ਨੇ। ਮਤਲਬ ਕਿ ਜੇ ਬੱਚਾ ਆਪਦੇ ਫਾਦਰ ਵਰਗਾ, ਤਾਂ ਫਾਦਰ ਡੋਮੀਨੈਂਟ ਰੋਲ ਤੇ ਆ ਤੇ ਉਹਦੀ ਮਦਰ ਰਿਸੈਸਿਵ ਰੋਲ ਤੇ ਆ। ਜੇ ਬੱਚਾ ਜ਼ਿਆਦਾ ਆਪਦੀ ਮਦਰ ਵਰਗਾ, ਫੋਰ ਐਗਜ਼ਾਮਪਲ ਆਪਾਂ ਗੱਲ ਕਰੀਏ ਕਿ ਫਾਦਰ ਦੀਆਂ ਅੱਖਾਂ ਬਿੱਲੀਆਂ ਨੇ, ਮਦਰ ਦੀਆਂ ਅੱਖਾਂ ਬਲੈਕ ਨੇ, ਬੱਚੇ ਦੀਆਂ ਅੱਖਾਂ ਬਲੈਕ ਆ ਗਈਆਂ, ਹਨਾ। ਜਦੋਂ ਉਹਦਾ ਜਨਮ ਹੋਇਆ, ਉਹਦਾ ਮਹਾਂਦਰਾ ਚਿਹਰਾ ਮਦਰ ਵਰਗਾ, ਹਨਾ, ਉਹਦਾ ਸਟਾਈਲ, ਕੱਦ ਕਾਠ ਮਦਰ ਵਰਗਾ, ਤਾਂ ਆਪਾਂ ਆਖਾਂਗੇ ਕਿ ਮਦਰ ਦੇ ਜਿਹੜੇ ਕ੍ਰੋਮੋਸੋਮਸ ਨੇ ਉਹ ਡੋਮੀਨੈਂਟ ਰੋਲ 'ਚ ਨੇ, ਫਾਦਰ ਦੇ ਰਿਸੈਸਿਵ ਰੋਲ। ਜਿਹਦਾ ਪ੍ਰਭਾਵ ਬੱਚੇ ਤੇ ਜ਼ਿਆਦਾ ਹੋਊਗਾ ਉਹ ਡੋਮੀਨੈਂਟ ਰੋਲ ਪਲੇ ਕਰ ਰਿਹਾ, ਜਿਹਦਾ ਪ੍ਰਭਾਵ ਘੱਟ ਹੋਊਗਾ ਉਹ ਰਿਸੈਸਿਵ ਰੋਲ ਪਲੇ ਕਰ ਰਿਹਾ। ਠੀਕ ਹੈ ਜੀ, ਅੱਗੇ ਚੱਲਦੇ ਹਾਂ ਜੀ। ਇਸੇ ਹੈਰੀਡਿਟੀ ਦੇ ਕਨਸੈਪਟ ਦੇ ਵਿੱਚ ਇੱਕ ਟਵਿਨਸ ਦਾ ਕਨਸੈਪਟ ਆ ਜਾਂਦਾ ਹੈ, ਜੁੜਵਾ ਬੱਚੇ। ਦੋ ਤਰ੍ਹਾਂ ਦੇ ਨੇ ਜੀ, ਇਹ ਚੋਂ ਕੁਐਸਚਨ ਬਹੁਤ ਵਾਰੀ ਆਇਆ। ਇੱਕ ਤਾਂ ਆਇਡੈਂਟੀਕਲ ਟਵਿਨਸ ਤੇ ਇੱਕ ਫਰੈਟਰਨਲ ਟਵਿਨਸ। ਆਇਡੈਂਟੀਕਲ ਟਵਿਨਸ ਤੇ ਫਰੈਟਰਨਲ ਟਵਿਨਸ। ਤੁਸੀਂ ਅਕਸਰ ਸੋਸਾਇਟੀ ਦੇ ਵਿੱਚ ਦੇਖਦੇ ਹੋ ਕਿ ਕਈ ਜੁੜਵਾ ਬੱਚੇ ਹੁੰਦੇ ਆ, ਉਹ ਤਾਂ ਇੰਨਾ ਹੂ-ਬ-ਹੂ ਇੱਕੋ ਜਿਹੇ ਹੁੰਦੇ ਆ ਕਿ ਤੁਹਾਨੂੰ ਨਾਮ ਪਛਾਣਨ ਜਾਂ ਉਹਨਾਂ ਦੀ ਪਛਾਣ ਕਰਨ ਦੇ ਵਿੱਚ ਵੀ ਪ੍ਰੋਬਲਮ ਆਉਂਦੀ ਆ ਕਿ ਉਹ ਇੰਨੇ ਇੱਕੋ ਜਿਹੇ ਹੁੰਦੇ ਆ, ਹਨਾ। ਉਹਨਾਂ ਦਾ ਚਿਹਰਾ, ਮਹਾਂਦਰਾ, ਸਟਰਕਚਰ ਇੰਨਾ ਮਿਲਦਾ ਹੁੰਦਾ ਗਾ, ਤਾਂ ਉਹਦੇ 'ਚ ਤੁਹਾਨੂੰ ਤਾਂ ਪਤਾ ਹੀ ਨਹੀਂ ਲੱਗਦਾ ਕਿ ਰਾਮ ਇਹਦਾ ਨਾਮ ਆ ਕਿ ਇੱਧਰਲੇ ਦਾ ਨਾਮ ਆ। ਮਤਲਬ ਕਿ ਬਿਲਕੁਲ ਹੀ ਹੂ-ਬ-ਹੂ ਇੱਕੋ ਜਿਹੇ, ਤੇ ਤੁਹਾਨੂੰ ਆਸਾਨੀ ਨਾਲ ਹੀ ਪਤਾ ਲੱਗ ਜਾਂਦਾ ਕਿ ਇਹ ਤਾਂ ਜੁੜਵਾ ਬੱਚੇ ਨੇ, ਹਨਾ। ਪਰ ਕਈ ਜੁੜਵਾ ਬੱਚੇ ਇਹੋ ਜਿਹੇ ਵੀ ਹੁੰਦੇ ਆ ਜੋ ਤੁਹਾਨੂੰ ਕੋਈ ਦੱਸੇ ਕਿ ਭਾਈ ਇਹ ਜੁੜਵਾ ਬੱਚੇ ਨੇ, ਤੁਹਾਨੂੰ ਯਕੀਨ ਕਰਨਾ ਔਖਾ ਹੋ ਜਾਂਦਾ। ਤੁਹਾਨੂੰ ਲੱਗਦਾ ਵੀ ਇਹ ਜੁੜਵਾ ਲੱਗਦੇ ਤਾਂ ਹੈ ਨਹੀਂ, ਇਹਨਾਂ 'ਚ ਤਾਂ ਇੰਨਾ ਫਰਕ ਆ। ਤੇ ਵਾਕਈ ਇਹ ਸਾਇੰਟੀਫਿਕਲੀ ਇਸ ਗੱਲ ਨੂੰ ਅਪਰੂਵ ਕੀਤਾ ਜਾਂਦਾ ਕਿ ਇਹਦੇ ਪਿੱਛੇ ਇੱਕ ਰੀਜ਼ਨ ਆ। ਉਹ ਰੀਜ਼ਨ ਕੀ ਆ? ਆਇਡੈਂਟੀਕਲ ਟਵਿਨਸ ਜਦੋਂ ਜ਼ਾਇਗੋਟ ਦੇ ਵਿੱਚ, ਆਪਾਂ ਹੁਣੇ ਗੱਲ ਕੀਤੀ ਸੀ ਕਿ ਜ਼ਾਇਗੋਟ, ਹਨਾ, ਸਿੰਪਲ ਭਾਸ਼ਾ 'ਚ ਆਪਾਂ ਕੀ ਗੱਲ ਕੀਤੀ ਕਿ ਮਾਂ ਦੀ ਕੁੱਖ, ਜਿੱਥੇ ਬੱਚਾ ਦਾ ਲਾਈਫ ਸ਼ੁਰੂ ਹੁੰਦੀ ਆ, ਜਦੋਂ ਜ਼ਾਇਗੋਟ ਦੇ ਵਿੱਚ ਇੱਕ ਐਗ ਐਸਟੈਬਲਿਸ਼ ਹੁੰਦਾ, ਇੱਕ ਐਗ ਐਸਟੈਬਲਿਸ਼ ਹੁੰਦਾ। ਇਹ ਐਗ ਫੋਰ ਐਗਜ਼ਾਮਪਲ ਮਦਰ ਵੱਲੋਂ ਤਾਂ ਐਕਸ ਹੀ ਆਉਣਾ, ਫਾਦਰ ਵੱਲੋਂ ਵਾਈ ਆਇਆ ਹੋਇਆ ਮੰਨ ਲਓ, ਤਾਂ ਇਹ ਇੱਕ ਬॉय ਬਣ ਰਿਹਾ, ਇੱਕ ਐਗ ਐਸਟੈਬਲਿਸ਼ ਹੁੰਦਾ। ਜਦੋਂ ਇਹ ਐਗ, ਇੱਕੋ ਐਗ ਦੋ ਪਾਰਟਸ ਦੇ ਵਿੱਚ ਟੁੱਟ ਜਾਂਦਾ, ਇੱਕੋ ਐਗ ਦੋ ਪਾਰਟਸ ਦੇ ਵਿੱਚ ਟੁੱਟ ਜਾਂਦਾ ਤੇ ਉਹ ਇੱਕ ਐਗ ਦੋ ਐਗ ਬਣ ਜਾਂਦੇ ਨੇ। ਠੀਕ ਹੈ ਜੀ, ਤਾਂ ਉਦੋਂ ਆਇਡੈਂਟੀਕਲ ਟਵਿਨਸ ਪੈਦਾ ਹੁੰਦੇ, ਕਿਉਂਕਿ ਉਹ ਦੋਨੋਂ ਬੱਚੇ ਇੱਕੋ ਐਗ ਤੋਂ ਬਣੇ ਹੋਏ ਨੇ। ਉਹਨਾਂ ਦਾ ਸੈਕਸ ਸੇਮ ਹੋਊਗਾ, ਮਤਲਬ ਕਿ ਜਾਂ ਉਹ ਦੋਨੋਂ ਲੜਕੇ ਹੋਣਗੇ ਤੇ ਜਾਂ ਉਹ ਦੋਨੋਂ ਲੜਕੀਆਂ ਹੋਣਗੀਆਂ। ਉਹਨਾਂ ਦੀ ਸ਼ਕਲ ਸੂਰਤ ਬਿਲਕੁਲ ਸੇਮ ਹੋਊਗੀ, ਇੱਕੋ ਜਿਹੀ ਹੋਊਗੀ। ਇਹਨੂੰ ਅਸੀਂ ਆਇਡੈਂਟੀਕਲ ਟਵਿਨਸ ਕਹਿੰਦੇ ਹਾਂ। ਆਇਡੈਂਟੀਕਲ ਟਵਿਨਸ ਕਿਹੜੇ? ਜਿਹੜੇ ਇੱਕੋ ਐਗ ਦੇ ਦੋ ਰੂਪਾਂ ਦੇ ਵਿੱਚ ਟੁੱਟ ਜਾਣ ਕਰਕੇ ਜਿਹੜੀ ਲਾਈਫ ਬਣਦੀ ਆ, ਲਾਈਫ ਸ਼ੁਰੂ ਹੁੰਦੀ ਆ, ਦੋ ਬੱਚਿਆਂ ਦੇ ਰੂਪ 'ਚ ਲਾਈਫ ਸ਼ੁਰੂ ਹੋ ਜਾਂਦੀ ਆ, ਉਸ ਨੂੰ ਅਸੀਂ ਆਇਡੈਂਟੀਕਲ ਟਵਿਨਸ ਕਹਿੰਦੇ ਹਾਂ, ਜਿਨ੍ਹਾਂ ਦਾ ਸੈਕਸ ਸੇਮ ਹੁੰਦਾ ਗਾ ਤੇ ਉਹ ਸ਼ਕਲੋ ਸੂਰਤ ਦੇ ਵਿੱਚ ਵੀ ਸੇਮ ਹੁੰਦੇ। ਠੀਕ ਹੈ ਜੀ। ਇੱਕ ਹੈਗਾ ਜੀ ਫਰਟਰਨਲ ਟਵਿਨਸ। ਫਰਟਰਨਲ ਟਵਿਨਸ ਜਿਹੜੀ ਸੈਕੰਡ ਕੈਟਾਗਰੀ ਆ। ਫਰਟਰਨਲ ਟਵਿਨਸ ਕਿਹੜੇ ਟਵਿਨਸ ਨੇ ਜੀ? ਇਹ ਜਦੋਂ ਜ਼ਾਇਗੋਟ ਦੇ ਵਿੱਚ ਐਗ ਇੱਕ ਨਹੀਂ, ਸਟਾਰਟਿੰਗ ਤੋਂ ਹੀ ਦੋ ਐਗ ਐਸਟੈਬਲਿਸ਼ ਹੋ ਜਾਂਦੇ, ਸਟਾਰਟਿੰਗ ਤੋਂ ਹੀ ਦੋ ਐਗ ਐਸਟੈਬਲਿਸ਼ ਹੋ ਜਾਂਦੇ ਨੇ। ਇਹਨੂੰ ਅਸੀਂ ਫਰਟਰਨਲ ਟਵਿਨਸ ਬੋਲਦੇ।
ਹੁਣ ਇਹ ਦੋ ਐਗ ਹੋ ਸਕਦਾ, ਇੱਕ ਐਗ 'ਚ ਐਕਸ ਵਾਈ ਐਸਟੈਬਲਿਸ਼ ਹੋ ਜੇ, ਇੱਕ ਐਗ 'ਚ ਐਕਸ ਐਕਸ ਨਾਲ ਇੱਕ ਐਗ ਬਣ ਜੇ, ਹਨਾ। ਤਾਂ ਦੋ ਐਗ ਐਸਟੈਬਲਿਸ਼ ਹੁੰਦੇ, ਤਾਂ ਇਸ ਦੋ ਐਗ ਪਹਿਲਾਂ ਤੋਂ ਹੀ ਦੋ ਐਗ ਐਸਟੈਬਲਿਸ਼ ਹੁੰਦੇ ਨੇ, ਦੋਨੇ ਹੀ ਗਰੋ ਕਰਦੇ ਨੇ, ਦੋਨਾਂ ਦੀ ਡਿਵੈਲਪਮੈਂਟ ਹੁੰਦੀ ਹੈ ਤੇ ਅੱਗੇ ਬੱਚੇ ਜਨਮ ਲੈਂਦੇ ਨੇ। ਇਹਦੇ 'ਚ ਜਦੋਂ ਐਗ ਹੀ ਜ਼ਾਈਗੋਟ ਦੇ ਵਿੱਚ ਦੋ ਐਸਟੈਬਲਿਸ਼ ਹੁੰਦੇ ਨੇ, ਇਹ ਅਲੱਗ-ਅਲੱਗ ਸੈਕਸ ਦੇ ਹੋ ਸਕਦੇ ਨੇ ਜਾਂ ਇੱਕੋ ਦੇ ਵੀ ਹੋ ਸਕਦੇ ਨੇ, ਦੋਨੋਂ ਪੋਸੀਬਿਲਿਟੀਜ਼ ਹੈ। ਮਤਲਬ ਕਿ ਇੱਕ ਲੜਕਾ ਜਾਂ ਇੱਕ ਲੜਕੀ ਵੀ ਹੋ ਸਕਦੀ ਹੈ, ਦੋਨੋਂ ਲੜਕੇ ਜਾਂ ਦੋਨੋਂ ਲੜਕੀਆਂ ਵੀ ਹੋ ਸਕਦੀਆਂ, ਇਹਦੇ 'ਚ ਇਹ ਹੋ ਸਕਦਾ ਫਰਟਰਨਲ ਟਵਿਨਸ ਦੇ ਵਿੱਚ। ਤਾਂ ਇਹਨਾਂ ਦੀ ਸ਼ਕਲੋ ਸੂਰਤ ਦੇ ਵਿੱਚ ਫਰਕ ਹੋ ਸਕਦਾ ਹੈ ਕਿਉਂਕਿ ਐਗ ਹੀ ਦੋ ਅਲੱਗ-ਅਲੱਗ ਨੇ, ਹਨਾ। ਇਹਨਾਂ ਦੀ ਸ਼ਕਲੋ ਸੂਰਤ ਦੇ ਵਿੱਚ ਫਰਕ ਹੋ ਸਕਦਾ, ਸਟਰਕਚਰ ਦੇ ਵਿੱਚ ਫਰਕ ਹੋ ਸਕਦਾ, ਇੱਕ ਬੱਚਾ ਮਦਰ ਤੇ ਇੱਕ ਫਾਦਰ ਤੇ ਜਾ ਸਕਦਾ ਵਗੈਰਾ ਵਗੈਰਾ। ਤਾਂ ਇਸ ਕੈਟਾਗਰੀ ਨੂੰ ਅਸੀਂ ਫਰਟਰਨਲ ਟਵਿਨਸ ਬੋਲਦੇ ਹਾਂ। ਗੱਲ ਕਲੀਅਰ ਜੀ? ਜੇ ਕੋਈ ਨਾਲ ਜਿਵੇਂ ਆਪਾਂ ਪੜ੍ਹ ਰਹੇ ਹਾਂ, ਕਿਤੇ ਕੋਈ ਤੁਹਾਡਾ ਕੁਐਸਚਨ ਹੋਵੇ, ਸਵਾਲ ਹੋਵੇ ਤਾਂ ਪੁੱਛ ਸਕਦੇ। ਅੱਗੇ ਚੱਲਦੇ ਹਾਂ ਜੀ। ਅੱਗੇ ਹੈਗਾ ਜੀ ਲਾਅ ਆਫ ਹੈਰੀਡਿਟੀ। ਕੁਝ ਕੁ ਨਿਯਮ ਨੇ ਹੈਰੀਡਿਟੀ ਦੇ ਵਿੱਚ, ਜਿਵੇਂ ਕਿ ਲਾਅ ਆਫ ਸਿਮਿਲੈਰਿਟੀ, law of variation, law of variation, law of regression। ਇਹ ਤਿੰਨ ਲਾਜ਼ ਨੇ ਜੋ ਹੈਰੀਡਿਟੀ ਦੇ ਵਿੱਚ ਕੰਮ ਕਰਦੇ ਨੇ, ਠੀਕ ਹੈ ਜੀ। ਜੇ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਲਾਅ ਆਫ ਸਿਮਿਲੈਰਿਟੀ ਦੀ, ਇਹ ਲਾਅ ਉਦੋਂ ਕੰਮ ਕਰ ਰਿਹਾ ਜਦੋਂ ਬੱਚੇ ਆਪਦੇ ਮਾਪਿਆਂ ਵਰਗੇ ਹੁੰਦੇ ਨੇ। ਇਹ ਗੱਲ ਆਪਾਂ ਕਰਦੇ ਹਾਂ ਨਾ ਕਿ ਬਹੁਤ ਜਦੋਂ ਆਪਾਂ ਆਮ ਸੁਸਾਇਟੀ ਦੇਖਦੇ ਹਾਂ ਕਿ ਕੁਝ ਬੱਚੇ ਨੇ ਜਿਹੜੇ ਤੁਹਾਨੂੰ ਬਿਨਾਂ ਦੱਸੇ ਵੀ ਪਤਾ ਲੱਗ ਜਾਂਦਾ ਕਿ ਇਹਨਾਂ ਦੇ ਫਾਦਰ ਆਓ ਨੇ, ਇਹਨਾਂ ਦੀ ਮਦਰ ਆਓ ਆ, ਜਾਂ ਉਹਨਾਂ ਦੇ ਇਹ ਬੱਚੇ ਨੇ, ਮਤਲਬ ਕਿ ਉਹਨਾਂ 'ਚ ਸਿਮਿਲੈਰਿਟੀ ਸਮਾਨਤਾਵਾਂ ਕਾਫੀ ਹੁੰਦੀਆਂ, ਕੱਦ ਕਾਠ ਦੇ ਪੁਆਇੰਟ ਆਫ ਵਿਊ ਤੋਂ, ਰੰਗ ਰੂਪ ਦੇ ਪੁਆਇੰਟ ਆਫ ਵਿਊ ਤੋਂ, ਸ਼ਕਲਾਂ ਦੇ ਪੁਆਇੰਟ ਆਫ ਵਿਊ ਤੋਂ। ਜਦੋਂ ਬੱਚੇ ਹੂ-ਬਹੂ ਆਪਦੇ ਮਾਪਿਆਂ ਵਰਗੇ ਹੁੰਦੇ ਨੇ, ਉਹਨਾਂ ਦਾ ਬਹੁਤ ਜ਼ਿਆਦਾ ਪ੍ਰਭਾਵ ਹੁੰਦਾ ਬੱਚਿਆਂ 'ਤੇ, ਤਾਂ ਉਹਨੂੰ ਅਸੀਂ ਕਹਿੰਦੇ ਹਾਂ ਲਾਅ ਆਫ ਸਿਮਿਲੈਰਿਟੀ, ਸਮਾਨਤਾ ਦਾ ਨਿਯਮ, ਠੀਕ ਹੈ ਜੀ। ਲਾਅ ਆਫ ਵੇਰੀਏਸ਼ਨ, ਜਦੋਂ ਬੱਚੇ ਆਪਦੇ ਮਾਪਿਆਂ ਦੇ ਬਿਲਕੁਲ ਉਲਟ ਹੁੰਦੇ ਨੇ। ਇਸ ਤਰ੍ਹਾਂ ਵੀ ਵਾਪਰ ਸਕਦਾ ਕਿਉਂਕਿ ਗਰੰਟੀ ਨਹੀਂ ਹੈ ਕਿ 100% ਉਵੇਂ ਹੀ। ਲਾਅ ਆਫ ਵੇਰੀਏਸ਼ਨ, ਜਦੋਂ ਬੱਚੇ ਆਪਦੇ ਮਾਪਿਆਂ ਤੋਂ ਬਿਲਕੁਲ ਉਲਟ ਹੁੰਦੇ ਨੇ। ਫੋਰ ਐਗਜ਼ਾਮਪਲ ਆਪਾਂ ਗੱਲ ਕਰੀਏ ਕਿ ਮਾਪਿਆਂ ਦੀ ਹਾਈਟ ਬਹੁਤ ਲੰਬੀ ਹੈ, ਉੱਚੇ ਲੰਬੇ ਆ, ਬੱਚੇ ਉਹਨਾਂ ਦੇ ਮੱਧਰੇ ਰਹਿ ਗਏ, ਛੋਟੇ ਕੱਦ ਦੇ ਰਹਿ ਗਏ, ਇਸ ਤਰ੍ਹਾਂ ਦੀਆਂ ਕਿਸੇ ਵੀ ਪੁਆਇੰਟ ਆਫ ਵਿਊ ਤੋਂ ਵੇਰੀਏਸ਼ਨ, ਉਲਟ ਹੋ ਜਾਂਦਾ ਕੰਮ, ਠੀਕ ਹੈ ਜੀ। ਇਸ ਨੂੰ ਅਸੀਂ ਲਾਅ ਆਫ ਵੇਰੀਏਸ਼ਨ ਕਹਿੰਦੇ ਹਾਂ। ਤੇ ਇੱਕ ਹੁੰਦਾ ਜੀ ਲਾਅ ਆਫ ਰੈਗਰੈਸ਼ਨ। ਲਾਅ ਆਫ ਰੈਗਰੈਸ਼ਨ ਦਾ ਮਤਲਬ ਆ ਕਿ ਨਾ ਤਾਂ ਉਹ ਬਿਲਕੁਲ ਹੀ ਸਿਮਿਲਰ ਹੁੰਦੇ ਆ ਮਾਪਿਆਂ ਵਰਗੇ, ਤੇ ਨਾ ਉਹ ਪੂਰੇ ਤਰੀਕੇ ਨਾਲ ਉਲਟ ਹੁੰਦੇ ਨੇ ਮਾਪਿਆਂ ਤੋਂ। ਉਹ ਵਿਚਕਾਰ ਇੱਕ ਜਿਹੜਾ ਹੈਗਾ, ਤੁਸੀਂ ਕਹਿ ਸਕਦੇ ਹੋ ਕਿ ਨੇੜੇ ਤੇੜੇ ਹੁੰਦੇ ਨੇ, ਨਾ ਬਿਲਕੁਲ ਉਲਟ ਤੇ ਨਾ ਬਿਲਕੁਲ ਸਿਮਿਲਰ। ਲਾਅ ਆਫ ਰੈਗਰੈਸ਼ਨ, ਜ਼ਿਆਦਾਤਰ ਲੋਕ ਐਸੇ ਲਾਅ ਦੇ ਅਧੀਨ ਹੁੰਦੇ ਨੇ, ਲਾਅ ਆਫ ਰੈਗਰੈਸ਼ਨ ਦੇ। ਅਸੀਂ ਆਪਦੇ ਮਾਪਿਆਂ ਦੇ ਬਿਲਕੁਲ ਹੂ-ਬਹੂ ਵੀ ਨਹੀਂ ਉਹਨਾਂ ਵਰਗੇ, ਤੇ ਉਹਨਾਂ ਤੋਂ ਬਹੁਤ ਜ਼ਿਆਦਾ ਉਲਟ ਵੀ ਨਹੀਂ ਹੈਗੇ, ਰਲਦੇ ਮਿਲਦੇ ਜਿਹੇ। ਇਹਨੂੰ ਅਸੀਂ ਲਾਅ ਆਫ ਰੈਗਰੈਸ਼ਨ ਬੋਲਦੇ ਹਾਂ, ਠੀਕ ਹੈ ਜੀ। ਤਾਂ ਇਹ ਬੜਾ ਸਿੰਪਲ ਤੇ ਸੌਖਾ ਕੰਸੈਪਟ ਆ ਹੈਰੀਡਿਟੀ ਦਾ। ਆਸ ਆ ਕੇ ਤੁਹਾਨੂੰ ਇਹ ਸਮਝ ਆ ਗਿਆ ਹੋਊਗਾ, ਤੁਹਾਨੂੰ ਕਲੀਅਰ ਹੋ ਗਿਆ ਹੋਊਗਾ। ਇਹਦੇ ਚੋਂ ਕੁਐਸਚਨਸ ਕਈ ਸਾਰੇ ਆਉਂਦੇ ਨੇ। ਜਿਵੇਂ ਆਪਾਂ ਇਕੱਲੇ ਹੈਰੀਡਿਟੀ ਦੀ ਗੱਲ ਕਰੀਏ ਤਾਂ ਹੈਰੀਡਿਟੀ ਨੂੰ ਲੈ ਕੇ ਸੀ-ਟੈਟ ਪੀ-ਟੈਟ ਦੇ ਵਿੱਚ ਕੁਐਸਚਨਸ ਆਏ ਨੇ ਕਿ ਕਿਸੇ ਇਨਸਾਨ ਦੇ ਵਿੱਚ ਇੱਕ ਦੇ ਵਿੱਚ ਕਿੰਨੇ ਪੇਅਰਸ ਕ੍ਰੋਮੋਸੋਮਸ ਹੁੰਦੇ ਆ, ਤਾਂ 23 ਪੇਅਰ ਕ੍ਰੋਮੋਸੋਮਸ ਹੁੰਦੇ। ਬੇਬੀ ਗਰਲ ਨੇ ਕਦੋਂ ਜਨਮ ਲੈਣਾ? ਜਦੋਂ XX ਕ੍ਰੋਮੋਸੋਮਸ ਮਿਲਦੇ ਨੇ। ਬੇਬੀ ਬॉय ਨੇ ਜਦੋਂ XY ਮਿਲਦੇ ਨੇ। ਜ਼ਾਈਗੋਟ ਦੇ ਵਿੱਚ ਲਾਈਫ ਦੀ ਸ਼ੁਰੂਆਤ ਹੁੰਦੀ, ਠੀਕ ਹੈ ਜੀ। ਕ੍ਰੋਮੋਸੋਮਸ ਦੇ ਵਿੱਚ ਜੀਨਸ ਹੁੰਦੇ ਨੇ, ਮਤਲਬ ਕਿ ਕ੍ਰੋਮੋਸੋਮਸ ਵੱਡਾ ਕੰਸੈਪਟ ਆ, ਜੀਨਸ ਛੋਟਾ ਕੰਸੈਪਟ ਆ। ਜੀਨਸ ਤੇ ਕ੍ਰੋਮੋਸੋਮਸ ਥਰੂ ਹੀ ਤੁਹਾਡੇ 'ਚ ਤੁਹਾਡੇ ਮਾਪਿਆਂ ਦੇ ਗੁਣ ਔਗਣ ਆਉਂਦੇ ਨੇ, ਠੀਕ ਹੈ ਜੀ। ਡੋਮੀਨੈਂਟ ਰੋਲ ਉਹ ਰੋਲ ਆ ਜਦੋਂ ਜਿਹੜੇ ਸਾਡੇ ਫਾਦਰ ਜਾਂ ਸਾਡੇ ਮਦਰ ਦਾ ਸਾਡੇ ਤੇ ਜ਼ਿਆਦਾ ਪ੍ਰਭਾਵ ਆ, ਮੇਲ ਜਾਂ ਫੀਮੇਲ ਦੇ ਵਿੱਚੋਂ ਜਿਨ੍ਹਾਂ ਦਾ ਤੁਹਾਡੇ ਤੇ ਜ਼ਿਆਦਾ ਪ੍ਰਭਾਵ ਆ ਉਹ ਡੋਮੀਨੈਂਟ ਨੇ, ਜਿਨ੍ਹਾਂ ਦਾ ਘੱਟ ਪ੍ਰਭਾਵ ਆ ਉਹ ਰਿਸੈਸਿਵ ਨੇ। ਆਇਡੈਂਟੀਕਲ ਟਵਿਨਸ ਤੇ ਫਰਟਰਨਲ ਟਵਿਨਸ, ਟਵਿਨਸ ਨੂੰ ਲੈ ਕੇ ਦੋ ਕਨਸੈਪਟ ਕੰਮ ਕਰਦੇ ਨੇ। ਆਇਡੈਂਟੀਕਲ ਟਵਿਨਸ, ਜਦੋਂ ਇੱਕੋ ਹੀ ਜ਼ਾਈਗੋਟ ਦੇ ਵਿੱਚ ਇੱਕ ਐਗ ਐਸਟੈਬਲਿਸ਼ ਹੁੰਦਾ ਤੇ ਉਸ ਇੱਕ ਐਗ ਦੇ ਬੇਸ ਤੇ ਹੀ ਜਿਹੜਾ ਹੈਗਾ ਉਹ ਇੱਕ ਐਗ ਦੋ ਰੂਪਾਂ 'ਚ ਟੁੱਟ ਜਾਂਦਾ, ਦੋ ਪਾਰਟਸ ਦੇ ਵਿੱਚ ਟੁੱਟ ਜਾਂਦਾ, ਤਾਂ ਉਹਨੂੰ ਅਸੀਂ ਬੋਲਦੇ ਹਾਂ ਆਇਡੈਂਟੀਕਲ ਟਵਿਨਸ। ਸੇਮ ਸੈਕਸ ਦੇ ਬੱਚੇ ਹੁੰਦੇ ਨੇ ਤੇ ਉਹਨਾਂ ਦੀ ਜਿਹੜੀ ਸ਼ਕਲ ਸੂਰਤ ਆ ਬਿਲਕੁਲ ਸੇਮ ਹੈ।
ਪੈਟਰਨਲ ਟਵਿਨਸ ਉਹ ਟਵਿਨਸ ਹੁੰਦੇ ਨੇ ਜਿਸ ਦੇ ਵਿੱਚ ਆਲਰੇਡੀ ਐਗ ਹੀ ਦੋ ਐਸਟੈਬਲਿਸ਼ ਹੁੰਦੇ ਨੇ। ਉਹ ਦੋਨੋਂ ਅਲੱਗ-ਅਲੱਗ ਸੈਕਸ ਦੇ ਹੋ ਸਕਦੇ ਨੇ, ਦੋਨਾਂ ਦੇ ਅਲੱਗ ਰੂਪ ਮਹਾਂਦਰਾ ਅਲੱਗ-ਅਲੱਗ ਹੋ ਸਕਦਾ ਵਾ। ਠੀਕ ਹੈ ਜੀ। ਤੇ ਤੀਸਰੇ ਦੀ ਗੱਲ ਕਰੀਏ, 3 ਲਾਜ਼ ਨੇ ਹੈਰੀਡਿਟੀ ਨੂੰ ਲੈ ਕੇ। ਉਹ ਲਾਜ਼ ਕਿਹੜੇ-ਕਿਹੜੇ ਨੇ? ਲਾਅ ਆਫ ਸਿਮਿਲੈਰਿਟੀ, ਤਿੰਨ ਲਾਜ਼ ਨੇ ਜੀ। ਲਾਅ ਆਫ ਸਿਮਿਲੈਰਿਟੀ, ਸਮਾਨਤਾ ਦਾ ਨਿਯਮ ਆ ਜਿਹੜਾ ਜਦੋਂ ਬੱਚੇ ਹੂ ਆਪਦੇ ਮਾਪਿਆਂ ਵਰਗੇ ਹੁੰਦੇ ਆ ਉਹਨੂੰ ਲਾਅ ਆਫ ਸਿਮਿਲੈਰਿਟੀ ਕੰਮ ਕਰ ਰਿਹਾ ਉੱਥੇ। ਜਦੋਂ ਬਿਲਕੁਲ ਉਲਟ ਹੁੰਦੇ ਨੇ ਉਦੋਂ ਲਾਅ ਆਫ ਵੇਰੀਏਸ਼ਨ ਕੰਮ ਕਰ ਰਿਹਾ, ਤੇ ਜਦੋਂ ਰਲਦੇ ਮਿਲਦੇ ਨਾ ਪੂਰੀ ਤਰ੍ਹਾਂ ਉਲਟ ਨਾ ਬਿਲਕੁਲ ਸੇਮ, ਤਾਂ ਉਸ ਨੂੰ ਅਸੀਂ ਲਾਅ ਆਫ ਰਿਗਰੈਸ਼ਨ ਕਹਿੰਦੇ ਹਾਂ। ਇਹ ਸਿੰਪਲ ਕੰਸੈਪਟ ਸੀ ਜੀ ਹੈਰੀਡਿਟੀ ਦਾ। ਤੇ ਇਹਦੇ ਨਾਲ ਹੀ ਅੱਗੇ ਇਸ ਤੋਂ ਵੀ ਸਿੰਪਲ ਕੰਸੈਪਟ ਦੀ ਗੱਲ ਕਰਦੇ ਹਾਂ ਅਸੀਂ, ਐਨਵਾਇਰਨਮੈਂਟ। एनवायरमेंट वातावरण। तो हुण असीं गल करांगे कि डिवेलपमेंट ते वातावरण किस तरीके का असर दिखाउंदा। तो सिंपल है जी, पहली गल तो वातावरण दो तरह का हुंदा। एक तो प्री इन्फेंसी पीरियड, ये वो समा जी 0 तो लैके 9 मंथ का समा, मतलब कि जो बच्चा जी माँ की कुख दे विच हैगा है ना। एक एनवायरनमेंट हुंदा जी आफ्टर बर्थ, ये वो समा जी जो बर्थ तो बाद वाला समा। तो प्री इन्फेंसी पीरियड तो सिंपल आ कि वो वातावरण जो बच्चा जो माँ की कुख दे विच आ उदों उहनूं प्रभावित करदा। तो बहुत सारिया चीज़ां ने जो बच्चे नूं प्रभावित करदियां ने जो माँ के कुख दे विच आ। सिंपल जी गल करांगे आपां, जिवें फूड है ना, माता जो खा रही है क्योंकि बच्चे ने खुराक माँ तो लैनी आ, तो वो चीज़ प्रभावित कर रही है बच्चे नूं, उहदी डिवेलपमेंट दे विच, उहदी ग्रोथ दे विच प्रभावित कर रही है। फिर इहदे तो बिना तुसीं एटमोसफेयर की गल कर सकते हो कि माँ उच्चियां आवाज़ों वाले इलाके च रह रही है ना, जिथे बच्चे के कन्नां तक भी उन्होंने आवाज़ों का असर पै रहा, लाइट का असर पै रहा वगैरह वगैरह। मदर का माहौल किहो जिहा, कि वो अल्कोहलिक आ जां कि मदर नूं कुछ इस तरह दी डिसीज़ बीमारियां ने जिसका असर सीधा बच्चे ते पै रहा जदों कुख दे विच, कि वो शराब का सेवन कर रही है माता उहदी, जिस करके बच्चे के दिमागी तौर पर असर पै रहा। तो बहुत सारिया ऐसिया चीज़ां ने जो बच्चे नूं डायरैक्टली या इनडायरैक्टली प्री इन्फेंसी पीरियड दे विच प्रभावित करदियां ने। उसनूं असीं प्री इन्फेंसी पीरियड कहने आ जो बच्चा माँ की कुख दे विच हुंदा गा। ते मेन रूप च जे आपां गल करिए आफ्टर बर्थ, आफ्टर बर्थ कई सारिया चीज़ां ने जो बच्चे नूं प्रभावित करदियां ने, जिवें कि फिजिकल एनवायरनमेंट, सोशल एनवायरनमेंट, फिजिकल एनवायरनमेंट, सोशल एनवायरनमेंट, मैंटल एनवायरनमेंट, रिलीजियस एनवायरनमेंट, रिलीजियस एनवायरनमेंट, इमोशनल एनवायरनमेंट, इमोशनल एनवायरनमेंट। ये तो बिना तुसी काफ़ी इकोनॉमिक एनवायरनमेंट वगैरह वगैरह गल कर सकते हो, पर आप बेसिकली इन्हां ते गल करांगे। एनवायरनमेंट तो बड़े तरह के ने है ना, लैंगुएज एनवायरनमेंट की गल कर लो तुसी वगैरह वगैरह। तो सब तो पहला तो फिजिकल एनवायरनमेंट की गल करते हैं जी। फिजिकल एनवायरनमेंट का इत्थे मतलब की है कि बेसिकली जिथे बच्चे का जन्म होया वो किहे दा इलाका, गर्मी सर्दी, रेगिस्तान आ, पहाड़ी इलाका, समुद्री इलाका, बर्फ पैंदी है वगैरह वगैरह। इस चीज़ का बच्चे की डिवेलपमेंट पर बहुत असर पैंदा। जिवें आपां जिवें देखिए कि असीं समतल इलाकों के रहने वाले लोग हाँ, है ना, साडा हाइट कद काठ उच्चा, क्योंकि इत्थे खेतीबाड़ी वाला इलाका, तो हर चीज़ इत्थे उगरदी आ, तो उहदे तो सानू डाइट साडी प्रॉपर आ। पहाड़ां दे विच तुसीं देखिया हो कि लोकां दी हाइट छोटी रह जाती है ना, उहदा रीजन की है कि उच्चे नीवें इलाकों के विच जांदे ने। रेगिस्तान दे विच तुसीं देखदे हो कि उत्थे लोकां दा अलग लाइफ स्टाइल है, क्योंकि पानी वगैरह की उत्थे घट कमी आ ते गर्मी का मौसम आ। समुद्री इलाकों की गल करोगे तुसीं, उत्थे लोग सी फूड ज़्यादा खांदे ने, प्रोटीन उस फूड च ज़्यादा आ, तो उन्होंने डिवेलपमेंट से उस चीज़ का असर पैंदा गा। तो जदों बच्चे का जन्म हुंदा तो जन्म तो बाद फिजिकली उन्होंने किहो जिहा एनवायरनमेंट मिल रहा, गर्मी सर्दी वातावरण किहड़े इलाके दे विच जन्म होया, तो ये बहुत इंपॉर्टेंट चीज़ आ गई जो उन्होंने प्रभावित करती है।
ਫਿਰ ਆਪਾਂ ਗੱਲ ਕਰਦੇ ਹਾਂ ਸੋਸ਼ਲ এনवायरमेंट ਦੀ। ਸੋਸ਼ਲ এনवायरमेंट ਸਮਾਜਿਕ ਵਾਤਾਵਰਨ। ਹੁਣ ਬੱਚੇ ਦਾ ਜਨਮ ਕਿਹੋ ਜਿਹੀ ਸਮਾਜਿਕਤਾ 'ਚ ਹੋਇਆ ਹੈ ਨਾ, ਉਹਦੇ ਰੀਤੀ ਰਿਵਾਜ ਕਿਹੋ ਜਿਹੇ ਨੇ। ਫੋਰ ਐਗਜ਼ਾਮਪਲ ਆਪਾਂ ਇੱਕ ਗੱਲ ਕਰਕੇ ਦੇਖੀਏ ਕਿ ਟਿਪੀਕਲ ਇੰਡੀਆ ਦੇ ਵਿੱਚ ਇੱਕ ਲੜਕੀ ਦਾ ਜਨਮ ਹੋ ਗਿਆ, ਲੜਕੀਆਂ ਨੂੰ ਤਾਂ ਇੱਥੇ ਜਨਮ ਤੇ ਮਾੜਾ ਮੰਨਿਆ ਜਾਂਦਾ। ਉਹ ਬੱਚੇ ਦਾ ਜਨਮ ਹੋਇਆ ਸਟਾਰਟਿੰਗ ਫੇਜ਼ ਤੇ ਹੀ ਸੋਸ਼ਲੀ ਉਹਨੂੰ ਗਿਰਾਵਟ ਮਹਿਸੂਸ ਹੋਊਗੀ। ਉਹਦੇ ਉਲਟ ਲੜਕੇ ਦਾ ਜਨਮ ਹੋਇਆ ਤਾਂ ਉਹਨੂੰ ਬਹੁਤ ਇੰਪੋਰਟੈਂਸ ਦਿੱਤੀ ਜਾਊਗੀ। ਇਹ ਸਟਾਰਟਿੰਗ ਫੇਜ਼ ਆ ਜਿੱਥੇ ਉਹਦੀ ਮੈਂਟਲ ਐਬਿਲਿਟੀ ਨੂੰ ਜਾਂ ਉਹਦੇ ਇਮੋਸ਼ਨਸ ਨੂੰ ਧੱਕਾ ਲੱਗੂਗਾ ਸੋਸਾਇਟੀ ਦੇ ਬੇਸ ਤੇ। ਤਾਂ ਆਸੇ-ਪਾਸੇ ਸੋਸਾਇਟੀ ਕਿਹੋ ਜਿਹੀ ਆ, ਰੀਤੀ ਰਿਵਾਜ ਕਿਹੋ ਜਿਹੇ ਨੇ, ਬੱਚੇ ਨੂੰ ਡਾਈਟ ਕਿਹੋ ਜਿਹੀ ਦਿੱਤੀ ਜਾ ਰਹੀ ਹੈਗੀ। ਜਿਵੇਂ ਤੁਸੀਂ ਦੇਖੋ ਕਿ ਜਿਵੇਂ ਹੀ ਬੱਚੇ ਦਾ ਜਨਮ ਹੁੰਦਾ ਅਸੀਂ ਗੁੜਤੀ ਦਿੰਦੇ ਹਾਂ ਬੱਚੇ ਨੂੰ। ਸਾਡੇ ਇੰਡੀਆ ਦਾ ਜਾਂ ਪੰਜਾਬ ਦਾ ਇਹ ਕਲਚਰ ਆ, ਮਤਲਬ ਕਿ ਸ਼ਾਇਦ ਉਹਦੇ ਮੂੰਹ ਨੂੰ ਚੁਕਾਇਆ ਜਾਂਦਾ ਹੈ ਨਾ। ਸਭ ਤੋਂ ਪਹਿਲਾਂ ਜੋ ਚੀਜ਼ ਟੇਸਟ ਕਰ ਰਿਹਾ ਉਹ ਸੋਸਾਇਟੀ ਦੇ ਬੇਸ ਟੇਸਟ ਕਰ ਰਿਹਾ, ਰੀਤੀ ਰਿਵਾਜਾਂ ਦੇ ਬੇਸ ਤੇ ਟੇਸਟ ਕਰ ਰਿਹਾ। ਤਾਂ ਬੱਚੇ ਦੇ ਪ੍ਰਭਾਵ ਇਸ ਚੀਜ਼ ਦਾ ਪੈਂਦਾ। ਡਾਕਟਰ ਤਾਂ ਕਹਿੰਦੇ ਆ ਕਿ ਇਨਫੈਕਸ਼ਨ ਕਰੋਗੇ ਤੁਸੀਂ ਬੱਚੇ ਨੂੰ, ਇਹ ਬਹੁਤ ਗਲਤ ਆ। ਬਟ ਸੋਸ਼ਲ এনवायरमेंट ਜਿਵੇਂ ਹੀ ਉਹਦਾ ਜਨਮ ਹੋਇਆ ਨਾਲ ਦੀ ਨਾਲ ਸੋਸਾਇਟੀ ਉਹਨੂੰ ਪ੍ਰਭਾਵਿਤ ਕਰਨ ਲੱਗ ਜਾਂਦੀ। ਫਿਰ ਮੈਂਟਲ এনवायरमेंट, ਮੈਂਟਲੀ ਮਾਨਸਿਕ ਤੌਰ ਤੇ ਅਸੀਂ ਕਿਹੋ ਜਿਹੇ ਸਮਾਜ ਵਿੱਚ ਰਹਿ ਰਹੇ ਹਾਂ, ਇਹ ਸਾਨੂੰ ਬਹੁਤ ਸਾਡੀ ਡਿਵੈਲਪਮੈਂਟ, ਸਾਡੇ ਵਿਕਾਸ ਨੂੰ ਪ੍ਰਭਾਵਿਤ ਕਰਦੀ ਹੈ। ਤੁਸੀਂ ਦੇਖੋ ਕਿ ਸਾਡੇ ਸਮਾਜ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੂੰ ਲੋਕਾਂ ਦਾ ਪ੍ਰਭਾਵ, ਅਸੀਂ ਆਹ ਨਹੀਂ ਕਰਨਾ, ਅਸੀਂ ਇਹ ਨਹੀਂ ਕਰਨਾ, ਅਸੀਂ ਉਹ ਨਹੀਂ, ਆਹ ਨਹੀਂ ਕਰ ਸਕਦੇ, ਤੁਸੀਂ ਲੜਕੀਆਂ ਆਹ ਨਹੀਂ ਕਰ ਸਕਦਾ, ਲੜਕੇ ਆਹ ਨਹੀਂ ਕਰ ਸਕਦੇ। ਇਹ ਜਿਹੜਾ ਮਾਨਸਿਕਤਾ ਹੈ ਨਾ, ਧਰਮ ਤੋਂ ਡਰ, ਫਿਰ ਸਾਧੂ ਸੰਤਾਂ ਤੋਂ ਡਰ ਵਗੈਰਾ ਵਗੈਰਾ ਵਗੈਰਾ, ਉਹ ਜਿਹੜਾ ਆਪਾਂ ਜਕੜੇ ਹੋਏ ਆ ਇਹਨਾਂ ਚੀਜ਼ਾਂ ਦੇ ਵਿੱਚ, ਇਹ ਸਾਰਾ ਮੈਂਟਲ এনवायरमेंट ਆ। ਕਦੇ ਤੁਸੀਂ ਸੋਚ ਕੇ ਦੇਖੋ ਕਿ ਜੇ ਇਹਨਾਂ ਚੀਜ਼ਾਂ ਤੋਂ ਤੁਸੀਂ ਆਜ਼ਾਦ ਹੋ ਤਾਂ ਤੁਹਾਡੀ ਮਾਨਸਿਕਤਾ, ਤੁਹਾਡਾ ਦਿਮਾਗ ਕਿੰਨਾ ਕੰਮ ਕਰ ਸਕਦਾ ਵਾ। ਤਾਂ ਬਹੁਤ ਸਾਰੇ ਫੀਲਡਸ ਦੇ ਵਿੱਚ, ਖੇਤਰਾਂ ਦੇ ਵਿੱਚ ਅਸੀਂ ਇਸ ਮਾਨਸਿਕਤਾ ਕਰਕੇ ਹੀ ਉਲਝੇ ਹੋਏ ਆ। ਤਾਂ ਮੈਂਟਲ এনवायरमेंट ਬੜਾ ਇੰਪੋਰਟੈਂਟ ਆ। ਫਿਰ ਰਿਲੀਜਨ ਦੀ ਗੱਲ ਆ ਗਈ ਜੀ, ਰਿਲੀਜੀਅਸ এনवायरमेंट। ਧਾਰਮਿਕ ਵਾਤਾਵਰਨ ਵੀ ਇੱਕ ਐਸਾ ਵਾਤਾਵਰਨ ਆ ਜਿਹੜਾ ਤੁਹਾਡੀ ਡਿਵੈਲਪਮੈਂਟ ਨੂੰ ਰੋਕ ਸਕਦਾ। ਜਿਵੇਂ ਕਿ ਇਸਲਾਮ ਦੇ ਵਿੱਚ ਗਾਉਣਾ ਠੀਕ ਨਹੀਂ ਮੰਨਿਆ ਜਾਂਦਾ ਹੈ ਨਾ। ਬਹੁਤ ਸਾਰੇ ਹੋਰ ਧਰਮਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਬੰਦਿਸ਼ਾਂ ਨੇ, ਕਿਸੇ ਨੇ ਨੌਨ ਵੈਜ ਨਹੀਂ ਖਾਣਾ, ਕਿਸੇ ਨੇ ਵੈਜ ਖਾਣਾ, ਕਿਸੇ ਨੇ ਵਗੈਰਾ ਵਗੈਰਾ ਵਗੈਰਾ। ਇਸ ਤਰ੍ਹਾਂ ਦੀਆਂ ਧਾਰਮਿਕ ਤੌਰ ਤੇ ਜੋ ਪਾਬੰਦੀਆਂ ਲੱਗੀਆਂ ਹੋਈਆਂ ਨੇ, ਉਹ ਧਰਮ ਤੁਹਾਡੀ ਵਿਕਸਿਤ ਹੋਣ ਨੂੰ ਪ੍ਰਭਾਵਿਤ ਕਰਦਾ। ਚੰਗਾ ਵੀ ਕਰ ਸਕਦਾ, ਪੋਜ਼ਿਟਿਵ ਵੀ ਜਾ ਸਕਦੇ ਹੋ ਤੁਸੀਂ, ਨੈਗੇਟਿਵ ਵੀ ਜਾ ਸਕਦੇ ਹੋ। ਸੋਸਾਇਟੀ 'ਚ ਜਾਂ ਮੈਂਟਲੀ ਆਪਾਂ এনवायरमेंट ਦੀ ਗੱਲ ਕਰ ਰਹੇ ਹਾਂ, ਇੱਥੇ ਪੋਜ਼ਿਟਿਵ ਚੀਜ਼ਾਂ ਵੀ ਬਹੁਤ ਨੇ, ਨੈਗੇਟਿਵ ਵੀ ਬਹੁਤ ਨੇ। ਮਤਲਬ ਕਿ ਤੁਹਾਨੂੰ ਪ੍ਰਭਾਵਿਤ ਕਰਦੀਆਂ ਨੇ ਇਹ ਚੀਜ਼ਾਂ, ਠੀਕ ਹੈ ਜੀ। ਐਸੇ ਤਰੀਕੇ ਨਾਲ ਇਮੋਸ਼ਨਲ এনवायरमेंट, ਤੁਹਾਨੂੰ ਇਮੋਸ਼ਨਸ ਕਿਹੋ ਜਿਹੇ ਮਿਲ ਰਹੇ ਨੇ ਆਸੇ ਪਾਸੇ ਹੈ ਨਾ। ਬੜਾ ਸਖਤ ਮਾਹੌਲ ਆ, ਬੜਾ ਅੱਛਾ ਮਾਹੌਲ ਆ, ਹੈਲਪਿੰਗ ਮਾਹੌਲ ਆ। ਐਰਿਕ ਐਰਿਕਸਨ ਤਾਂ ਇਹੀ ਗੱਲ ਕਰਦਾ ਨਾ, ਅੱਗੇ ਜਾ ਕੇ ਆਪਾਂ ਥਿਊਰੀ ਪੜ੍ਹਾਂਗੇ ਕਿ ਬੱਚੇ ਨੂੰ ਜੋ ਆਸੇ ਪਾਸੇ ਮਾਹੌਲ ਦਿੱਤਾ ਜਾਂਦਾ, ਸਿਚੁਏਸ਼ਨਸ ਨੇ, ਕੰਟਰਾਡਿਕਸ਼ਨ ਆ, ਉਹਦੇ 'ਚੋਂ ਨਿਕਲ ਕੇ ਬੱਚਾ ਦਾ ਬਿਹੇਵੀਅਰ ਸਿਲੈਕਟ ਹੁੰਦਾ। ਸਾਈਕੋ ਸੋਸ਼ਲ ਥਿਊਰੀ ਹੈ ਜਿਹੜੀ ਉਹਦੀ। ਤਾਂ ਇੱਥੇ ਇਮੋਸ਼ਨਲੀ ਤੁਹਾਨੂੰ ਕਿਹੋ ਜਿਹਾ ਸਾਥ ਦਿੱਤਾ ਜਾਂਦਾ, ਕਿਹੋ ਜਿਹਾ ਤੁਹਾਨੂੰ ਜਿਹੜੀ ਜਦੋਂ ਤੁਸੀਂ ਗਲਤੀ ਕਰਦੇ ਹੋ ਤਾਂ ਟੋਕਿਆ ਜਾਂਦਾ, ਰੋਕਿਆ ਜਾਂਦਾ ਜਾਂ ਇਨੀਸ਼ੀਏਟਿਵ ਦਿੱਤਾ ਜਾਂਦਾ, ਇਹਦੇ 'ਤੇ ਬੇਸਡ ਆ ਕਿ ਤੁਸੀਂ ਕਿੰਨਾ ਕੁ ਡਿਵੈਲਪ ਹੋ ਹੈ ਨਾ। ਤਾਂ ਇਹ ਛੋਟੀਆਂ ਛੋਟੀਆਂ ਚੀਜ਼ਾਂ ਨੇ ਜੀ ਜੋ ਸਾਡੀ ਡਿਵੈਲਪਮੈਂਟ ਨੂੰ ਪ੍ਰਭਾਵਿਤ ਕਰਦੀਆਂ ਨੇ। ਅਤੇ ਅੱਗੇ ਸਿਲੇਬਸ ਦੇ ਵਿੱਚ ਇਹਨਾਂ ਨੂੰ ਅਸੀਂ ਥਿਊਰੀਜ਼ ਦੇ ਅਕੋਰਡਿੰਗ ਪੜ੍ਹਾਂਗੇ ਅਤੇ ਤੁਸੀਂ ਜਾਣੋਗੇ ਕਿ ਇਹ ਛੋਟੀਆਂ ਚੀਜ਼ਾਂ ਦਾ ਸਾਡੇ ਅੱਜ ਦੇ ਬਿਹੇਵੀਅਰ ਵਿੱਚ ਕਿੰਨਾ ਇੰਪੋਰਟੈਂਟ ਰੋਲ ਪਲੇ ਕੀਤਾ ਹੋਇਆ। ਜੋ ਤੁਸੀਂ ਅੱਜ ਹੈਗੇ ਹੋ ਇਹ ਤੁਸੀਂ ਆਪਦੇ ਸਮਾਜ ਕਰਕੇ ਹੋ। ਜਿਹੋ ਜਿਹੀ ਸੋਸਾਇਟੀ ਦੇ ਵਿੱਚ ਤੁਸੀਂ ਹੈਗੇ ਹੋ, ਤੁਸੀਂ ਉਹੋ ਜਿਹੇ ਬਣ ਚੁੱਕੇ ਹੋਗੇ ਹੈ ਨਾ। ਕਿਵੇਂ ਬਣੇ ਹੋ, ਕਿਹੜਾ ਪ੍ਰੋਸੈਸ ਆ, ਇਹਦੇ 'ਚ ਬੜੀਆਂ ਸਾਰੀਆਂ ਥਿਊਰੀਜ਼ ਨੇ ਜੋ ਆਪਾਂ ਇਹਦੇ 'ਚ ਪੜ੍ਹਨੀਆਂ ਹੋਣਗੀਆਂ। ਤਾਂ ਅੱਜ ਦੇ ਲੈਕਚਰ ਦੇ ਵਿੱਚ ਅਸੀਂ ਸਿੰਪਲ ਚੀਜ਼ ਪੜ੍ਹੀ ਕਿ ਹੈਰੀਡਿਟੀ ਤੇ এনवायरमेंट ਸਾਡੇ 'ਤੇ ਕਿਵੇਂ ਪ੍ਰਭਾਵ ਪਾਉਂਦਾ, ਸਾਨੂੰ ਜੋ ਸਾਡੀ ਡਿਵੈਲਪਮੈਂਟ ਆ ਉਹਦੇ 'ਤੇ ਕਿਵੇਂ ਪ੍ਰਭਾਵ ਪਾਉਂਦਾ। ਹੈਰੀਡਿਟੀ ਦੀ ਗੱਲ ਕੀਤੀ, এনवायरमेंट ਦੀ ਅਸੀਂ ਦੇਖਿਆ ਕਿ ਇਹਦੇ ਕਈ ਸਾਰੇ ਐਸਪੈਕਟਸ ਨੇ। ਜਦੋਂ ਅਸੀਂ ਮਾਂ ਦੀ ਕੁੱਖ ਦੇ ਵਿੱਚ ਸੀ ਤਾਂ ਉਦੋਂ ਹੀ ਸਾਡੇ 'ਤੇ এনवायरमेंट ਨੇ ਪ੍ਰਭਾਵ ਪਾਉਣਾ ਸ਼ੁਰੂ ਕਰਤਾ ਕਿ ਸਾਡੀ ਮਦਰ ਕਿਹੋ ਜਿਹੇ ਹਾਲਾਤਾਂ ਦੇ ਵਿੱਚ ਰਹਿ ਰਹੀ ਆ, ਕੀ ਖਾ ਰਹੀ ਆ, ਕਿਵੇਂ ਉਹਦਾ ਜੀਵਨ ਬਸਰ ਹੋ ਰਿਹਾ ਵਗੈਰਾ ਵਗੈਰਾ। ਉਹ ਸਾਰੀਆਂ ਚੀਜ਼ਾਂ ਨੇ ਸਾਨੂੰ ਪ੍ਰਭਾਵਿਤ ਕੀਤਾ। ਉਸ ਤੋਂ ਬਾਅਦ ਜਿਵੇਂ ਸਾਡਾ ਜਨਮ ਹੋ ਗਿਆ, ਫਿਜ਼ੀਕਲ এনवायरमेंट, ਅਸੀਂ ਕਿਹੋ ਜਿਹੇ ਇਲਾਕੇ 'ਚ, ਅਸੀਂ ਪੰਜਾਬ 'ਚ ਜਨਮੇ ਹਾਂ ਤਾਂ ਸਾਡੇ 'ਤੇ ਇਸ ਚੀਜ਼ ਦਾ ਬਹੁਤ ਪ੍ਰਭਾਵ ਹੈ। ਜੇ ਅਸੀਂ ਕੇਰਲ 'ਚ ਜੰਮੇ ਹੁੰਦੇ ਤਾਂ ਸਾਡਾ ਡਿਵੈਲਪਮੈਂਟ ਹੋਰ ਤਰੀਕੇ ਨਾਲ ਹੋਣੀ ਸੀ। ਤਾਂ ਸੋਸ਼ਲ ਸੋਸਾਇਟੀ ਦਾ ਸਾਡੇ 'ਤੇ ਪ੍ਰਭਾਵ ਆ ਜੀ, ਮੈਂਟਲ এনवायरमेंट ਦਾ ਪ੍ਰਭਾਵ ਪੈਂਦਾ ਗਾ, ਰਿਲੀਜੀਅਸ এনवायरमेंट ਦਾ ਪ੍ਰਭਾਵ ਪੈਂਦਾ, ਇਮੋਸ਼ਨਲ এনवायरमेंट ਦਾ ਪ੍ਰਭਾਵ ਪੈਂਦਾ। ਬਹੁਤ ਸਾਰੇ ਪ੍ਰਭਾਵ ਨੇ। ਇਕੋਨਮੀ ਦਾ ਪ੍ਰਭਾਵ ਪੈਂਦਾ। ਬੱਚਾ ਕਿਸੇ ਅਮੀਰ ਪਰਿਵਾਰ 'ਚ ਜਨਮਿਆ, ਗਰੀਬ 'ਚ ਜਨਮਿਆ, ਮਿਡਲ ਕਲਾਸ ਐਵਰੇਜ 'ਚ ਜਨਮਿਆ ਤਾਂ ਇਸ ਚੀਜ਼ ਦਾ ਵੀ ਉਹਦੀ ਡਿਵੈਲਪਮੈਂਟ 'ਤੇ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ ਗਾ। ਤਾਂ ਚਲੋ ਜੀ, ਅੱਜ ਦਾ ਅਸੀਂ ਇਹ ਸਿੰਪਲ ਅਤੇ ਬਹੁਤ ਹੀ ਸੌਖਾ ਜਿਹਾ ਲੈਕਚਰ, ਆਸ ਕਰਦੇ ਹਾਂ ਕਿ ਤੁਹਾਨੂੰ ਸਾਰਿਆਂ ਨੂੰ ਅੱਛਾ ਲੱਗਿਆ ਹੋਊਗਾ ਇਹ ਲੈਕਚਰ। ਅਤੇ ਆਪਾਂ ਕੱਲ੍ਹ ਫੇਰ ਮਿਲਦੇ ਹਾਂ ਨਵੇਂ ਲੈਕਚਰ ਦੇ ਨਾਲ। ਇਸ ਦੇ ਨਾਲ ਹੀ ਸਾਡਾ ਹੈਰੀਡਿਟੀ ਐਂਡ এনवायरमेंट, ਇਨਫਲੂਐਂਸ ਆਫ ਹੈਰੀਡਿਟੀ ਐਂਡ এনवायरमेंट ਔਨ ਡਿਵੈਲਪਮੈਂਟ, ਇਹ ਸਾਡਾ ਖਤਮ ਆ। ਅਤੇ ਕੱਲ੍ਹ ਨੂੰ ਅਸੀਂ ਨਵੇਂ ਕਨਸੈਪਟ ਦੇ ਨਾਲ ਫੇਰ ਮਿਲਦੇ ਹਾਂ। ਸ਼ੁਕਰੀਆ, ਥੈਂਕ ਯੂ।